संगत जी, मैं नवनीत वर्मा आपके अपने चैनल गुरु बंदगी में आपका स्वागत करता हूँ। संगत जी, हम सत्संग और साखियाँ लेकर आते रहते हैं। जो लोग सत्संग सुनना पसंद करते हैं वो हमारे चैनल को सब्सक्राइब करके हमें अपना प्यार दें। संगत जी, हम पुराने सत्संग जो होते हैं बहुत ही मेहनत के साथ उनको क्लियर करते हैं, क्लियर आवाज में आपके सामने पेश करते हैं। इसलिए अगर आप सत्संग सुनना पसंद करते हो तो हमारे चैनल को सब्सक्राइब करें ताकि हम जब भी अगला सत्संग अपलोड करें वो आप तक पहुंच सके। संगत जी, आज का सत्संग है करम सिंह जी का, जिसका नाम है गुरु गोबिंद सलाहे। बाणी पांचवें पातशाह गुरु अर्जन देव महाराज जी की बाणी है। सत्संग बहुत ही बढ़िया है, बड़ा ही कमाल का सत्संग है। आइए बड़े प्यार से सुनते हैं जी। कर पहला चौथ के गुरु गोबिंद सलाये पाई, मन तन हृदय तारा, साचा साहिब मन वासे पाई, एहा करनी सारा। प्यारी साध संगत जी राधा। ਇਹ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਇਸ ਸ਼ਬਦ ਦੇ ਅੰਦਰ ਸੰਤ ਮਤ ਦੀ ਤਾਲੀਮ ਦੇ ਮੁਤਲਕ ਬੜਾ ਹੀ ਉੱਚਾ ਸੰਦੇਸ਼ ਦਿੰਦੇ ਹਨ। ਇਸ ਮਿਰਤ ਮੰਡਲ ਦੇ ਵਿੱਚ ਹਮੇਸ਼ਾ ਮਾਲਕ ਦੀਆਂ ਭੇਜੀਆਂ ਸਰਕਾਰਾਂ ਪੂਰਨ ਮਹਾਤਮਾ ਕਾਮਲ ਮੁਰਸ਼ਿਦ ਆਉਂਦੇ ਹਨ, ਨਾਮ ਦਾ ਪ੍ਰਚਾਰ ਕਰਦੇ ਹਨ। ਆਪਣਾ ਪੀਰੀਅਡ ਪੂਰਾ ਕਰਨ ਤੋਂ ਬਾਅਦ ਫਿਰ ਵਾਪਸ ਜਾ ਕੇ ਆਪਣੇ ਖਮੀਰ ਵਿੱਚ, ਆਪਣੇ ਜੁਜ ਵਿੱਚ, ਆਪਣੇ ਸੋਮੇ ਵਿੱਚ, ਆਪਣੇ ਭੰਡਾਰ ਵਿੱਚ, ਆਪਣੇ ਮਾਲਕ ਵਿੱਚ ਸਮਾ ਜਾਂਦੇ ਹਨ। ਜਦੋਂ ਵੀ ਇਹ ਸ੍ਰਿਸ਼ਟੀ ਅਕਾਲ ਪੁਰਖ ਮਾਲਕ ਨੇ ਸਾਜੀ ਹੈ, ਉਦੋਂ ਦਾ ਹੀ ਅਕਾਲ ਪੁਰਖ ਮਾਲਕ ਨੇ ਇੱਕ ਕਾਨੂੰਨ ਬਣਾ ਰੱਖਿਆ ਹੈ ਕਿ ਜਦੋਂ ਕੋਈ ਰੂਹ ਵਾਪਸ ਆਪਣੇ ਮਾਲਕ ਦੇ ਵਿੱਚ ਜਾ ਕੇ ਸਮਾਉਣਾ ਚਾਹੁੰਦੀ ਹੋਵੇ ਤਾਂ ਉਹ ਕਿਸੇ ਨਾ ਕਿਸੇ ਕਾਮਲ ਮੁਰਸ਼ਿਦ ਦੀ ਸੰਗਤ ਵਿੱਚ ਜਾਵੇ। दरअसल मुर्शिद कामल जिहड़ा है वो जीवां नूं अपने आप ही अपने पास लैके आउंदा है। इस जीव दे वस दी गल नहीं कि किसी मुर्शिद दी खोज कर सके, क्योंकि गुरबाणी विच आउंदा है किरपा करे जिस पार ब्रह्म होवे साधु संग। जिस दे उत्ते अकाल पुरख मालिक निरंकार दी किरपा हुंदी है ਉਹ ਸਾਧੂਆਂ ਦੀ ਸੰਗਤ ਦੇ ਵਿੱਚ ਜਾਣ ਲੱਗ ਜਾਂਦਾ ਹੈ। ਅੱਗੇ ਕਈ ਦਫਾ ਅਰਜ਼ ਕਰੀ ਹੈ ਕਿ ਉਹ ਜੀਵ ਸਾਧੂ ਸੰਤ ਮਹਾਤਮਾ ਦੀ ਸੰਗਤ ਦੇ ਵਿੱਚ ਜਾਂਦੇ ਹਨ ਜਿਹੜੇ ਈਸ਼ਵਰ ਕੋਟੀ ਦੇ ਜੀਵ ਹੁੰਦੇ ਹਨ। ਜਿਹੜੇ ਜੀਵ ਕੋਟੀ ਦੇ ਜੀਵ ਹੁੰਦੇ ਹਨ ਉਹ ਕਦੇ ਵੀ ਸਾਧੂ ਸੰਤ ਮਹਾਤਮਾ ਦੀ ਸੰਗਤ ਕਰਨ ਵਾਸਤੇ ਤਿਆਰ ਨਹੀਂ ਹੁੰਦੇ। ਸਾਧੂ ਸੰਤ ਮਹਾਤਮਾ ਦੀ ਸੰਗਤ ਦੇ ਵਿੱਚ ਜਾਣ ਵਾਸਤੇ ਉਤਸ਼ਾਹ, ਪਿਆਰ, ਪ੍ਰੇਮ ਜਾਂ ਇਸ਼ਕ ਉਹਨਾਂ ਜੀਵਾਂ ਦੇ ਅੰਦਰ ਹੀ ਪੈਦਾ ਹੁੰਦੀ ਹੈ ਜਿਹੜੇ ਜੀਵ ਧੁਰੋਂ ਅਲਾਟ ਹੁੰਦੇ ਹਨ, ਜਿਹੜੀਆਂ ਰੂਹਾਂ ਅਧਿਕਾਰੀ ਹੁੰਦੀਆਂ ਹਨ। ਉਹ ਸੰਤ ਮਤ ਦੀ ਤਾਲੀਮ, ਸੰਤ ਮਤ ਦਾ ਸੰਦੇਸ਼ ਸੁਣਨ ਵਾਸਤੇ ਤਿਆਰ ਹੁੰਦੀਆਂ ਹਨ। ਸਵਾਮੀ ਜੀ ਮਹਾਰਾਜ ਜੀ ਦੀਆਂ ਕਿਤਾਬਾਂ ਦੀ ਸਟੱਡੀ ਕਰਕੇ ਦੇਖੋ। ਸਵਾਮੀ ਜੀ ਮਹਾਰਾਜ ਜੀ ਨੇ ਸਾਫ਼ ਲਿਖਿਆ है, जो जीव अधिकारी होते हैं वो साधु संत महात्मा की बात को सुनते और मानते हैं। जो जीव अधिकारी नहीं होते वो कभी भी साधु संत महात्मा की बात को सुनने और मानने के लिए तैयार नहीं होते। ਜਿਹੜੀਆਂ ਰੂਹਾਂ ਅਲਾਟ ਹਨ ਉਹ ਸਾਧੂ ਸੰਤ ਮਹਾਤਮਾ ਦੀ ਗੱਲ ਸੁਣਦੀਆਂ ਹਨ। ਪੰਜਵੀਂ ਪਾਤਸ਼ਾਹੀ ਦਾ ਅੱਜ ਦਾ ਜਿਹੜਾ ਮਜ਼ਮੂਨ ਹੈ ਇਹ ਬੜਾ ਉੱਚਾ ਔਰ ਸੁੱਚਾ ਹੈ। ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ
ਔਰ ਗੋਬਿੰਦ ਦਾ ਜ਼ਿਕਰ ਕਰਦੇ ਹਨ। ਗੁਰੂ ਗੋਬਿੰਦ ਸਲਾਹੀਏ ਭਾਈ, ਮਨ ਤਨ ਹਿਰਦੇ ਧਾਰ। ਦੋ ਤਾਕਤਾਂ ਸਾਡੇ ਸਲਾਹੁਣ ਦੇ ਯੋਗ ਹਨ, ਕਾਬਲ ਹਨ। ਗੁਰੂ ਹੈ, ਇੱਕ ਗੋਬਿੰਦ ਹੈ। ਦਰਅਸਲ ਗੁਰੂ ਕ੍ਰਿਸ਼ਨ ਮਹਾਰਾਜ ਜੀ ਨੇ ਅਰਜਨ ਨੂੰ ਸਮਝਾਉਂਦਿਆਂ ਹੋਇਆਂ 4 ਪ੍ਰਕਾਰ ਦੇ ਦੱਸਿਆ ਹੈ। 4 ਪ੍ਰਕਾਰ ਦੇ ਹੀ ਉਹਨਾਂ ਨੇ ਜੋਗੀ ਜਾਂ ਜਗਿਆਸੂ ਦੱਸੇ ਹਨ। ਸਹਿਜੋ ਬਾਈ ਨੇ ਵੀ ਆਪਣੀ ਬਾਣੀ ਦੇ ਵਿੱਚ ਇੱਕ ਜਗ੍ਹਾ ਜ਼ਿਕਰ ਕੀਤਾ ਹੈ, ਗੁਰੂ ਹੈ 4 ਪ੍ਰਕਾਰ ਕੇ ਆਪਣੇ ਆਪਣੇ ਅੰਗ, ਯਾਨੀ 4 ਪ੍ਰਕਾਰ ਦੇ ਗੁਰੂ ਸਹਿਜੋ ਬਾਈ ਦੱਸਦੀ ਹੈ। ਪਾਰਸ ਗੁਰੂ, ਮਲਿਆਗਰ ਗੁਰੂ, ਦੀਪਕ ਗੁਰੂ, ਭ੍ਰਿੰਗ। 4 ਪ੍ਰਕਾਰ ਦੇ ਗੁਰੂਆਂ ਦਾ ਜ਼ਿਕਰ ਕੀਤਾ ਹੈ। ਸਭ ਤੋਂ ਪਹਿਲਾਂ ਪਾਰਸ ਗੁਰੂ ਦਾ ਜ਼ਿਕਰ ਕਰਦੇ ਹਨ। ਪਾਰਸ ਜਿਹੜੀ ਹੈ ਉਹ ਲੋਹੇ ਨੂੰ ਸੋਨਾ ਕਰਦੀ ਹੈ। ਪਾਰਸ ਦੇ ਅੰਦਰ ਗੁਣ ਹੈ ਕਿ ਜਦੋਂ ਪਾਰਸ ਲੋਹੇ ਦੇ ਨਾਲ ਛੂ ਜਾਂਦੀ ਹੈ ਤਾਂ ਲੋਹਾ ਸੋਨਾ ਬਣ ਜਾਂਦਾ ਹੈ। ਯਾਨੀ 1 ਟਕੇ ਦਾ ਲੋਹਾ ਕਰੋੜਾਂ ਰੁਪਈਆਂ ਦਾ ਹੋ ਸਕਦਾ ਹੈ। ਉਹਦਾ ਰੰਗ ਬਦਲ ਜਾਂਦਾ ਹੈ, ਉਹਦੀ ਕੀਮਤ ਬਦਲ ਜਾਂਦੀ ਹੈ, ਉਹ ਮਹਿੰਗਾ ਹੋ ਜਾਂਦਾ ਹੈ, ਉਹ ਸੋਨਾ ਬਣ ਜਾਂਦਾ ਹੈ। ਲੇਕਿਨ ਪਾਰਸ ਦੇ ਵਿੱਚ ਇੰਨਾ ਹੀ ਗੁਣ ਹੈ ਕਿ ਉਹ ਲੋਹੇ ਨੂੰ ਸੋਨਾ ਕਰ ਸਕਦੀ ਹੈ, ਪਾਰਸ ਨਹੀਂ ਬਣਾ ਸਕਦੀ। पारस में और संत में बड़ो अंतरो जान, वो लोहा सोना करे, गुरु कर ले आप समान। गुरु दे विच ये पावर है कि वो अपने वर्गा कर लेंदा है। लेकिन पारस भी एक बहुत अच्छी चीज है। साडे वर्गे मनमुख लोहट जीव, लोहे वर्गे सख्त सुभाव लोग जिहड़े हुंदे हन, वो जदों गुरमुखां दे सत्संग दे विच जांदे हन, वो सोना बन जाते हैं। उन्हां दा सुभाव बदलना शुरू हो जाता है, उन्हां दी रंगत बदल जाती है, उन्हां दा रहन बहन सहन बदल जाता है, उन्हां दा चाल चलन बदल जाता है। इस करके पारस गुरु भी बड़ा उच्चा है। दूसरे नंबर दे उत्ते मलियागर गुरु है। पलटू साहब महात्मा लिखते हैं, कहते हैं कि चंदन के प्रसंग चंदन भई बन की लकड़ी। चंदन दे प्रसंग, चंदन दे नाल, चंदन दा संग करन नाल बनदी लकड़ी जिहड़ी है वो चंदन बन जाती है। चंदन एक छोटा जिहा दरखत हुंदा है जिसनूं 52 चंदन कहा जाता है। 52 उंगल नाप के इन्ना ही उच्चा दस्सिया जाता है। चंदन दी लकड़ी जिहड़ी है उसदा अगर चंदन का एक पत्ता तपदे कड़ाहे विच पा दिता जाए तो ठंडा कर दिंदा है। इन्नी ठंडक चंदन दे अंदर हुंदी है। और चंदन की खुशबू ऐसी हुंदी है कि जितना जंगल हुंदा है उसकी मार विच जितना जंगल आउंदा है नजदीक हुंदा है उसनूं सारे नूं खुशबूदार बना दिंदा है। पर चंदन जिहड़ा है निम दे पत्ते नहीं बदल सकता, निम दे टहने नहीं बदल सकता, निम दे गेली नहीं बदल सकता, ओदा दरखत की शक्ल नहीं बदल सकता, खुशबू जरूर उसनू दे दिंदा है। वो जितने दरखत हुंदे हन उन्हां नू खुशबू दिंदा है। अपने वर्गी खुशबू दे के चंदन दी खुशबू पैदा कर दिंदा है, लेकिन शक्ल नहीं बदल सकती। इस करके चंदन गुरु भी जिहड़ा है वो अच्छा है, क्योंकि गुरमुखां दी संगत दे विच जाण नाल इंसान जिहड़ा है उस दे अंदर बदबू खत्म हुंदी है, खुशबू पैदा हुंदी है, उहदे अंदर गुण पैदा हुंदा है, उहदे अंदर ठंडक पैदा हुंदी है। और तीसरे नंबर ते दीपक गुरु है। दीपक जिहड़ा है दीवा, एक दीवे नालों करोड़ दीवे जलाए जा सकते हैं, पर दीवा जिहड़ा है वो कदे दूसरे दीवे दे वर्तन नूं नहीं बदला सकदा। तुसी देखो अगर लोहे दा वर्तन नीचे उसदे है तां लोहे दा रहेगा, मिट्टी दा है मिट्टी दा रहेगा, आटे दा बनिया आटे दा रहेगा, किसी होर धात दा है उसे धात दा बनिया रहेगा। पर लाइट तो लाइट जरूर जग जाती है। असीं अंधेरे दे विच फिरदे जीव मनमुख लोग
ਅਗਿਆਨੀ ਲੋਕ ਸਾਧੂ ਸੰਤ ਮਹਾਤਮਾ ਦੀ ਸੰਗਤ ਦੇ ਵਿੱਚ ਜਾ ਕੇ ਲਾਈਟ ਪ੍ਰਾਪਤ ਕਰ ਲੈਂਦੇ ਹਾਂ, ਲੋਹ ਪ੍ਰਾਪਤ ਕਰ ਲੈਂਦੇ ਹਾਂ। ਅਸੀਂ ਆਪਣੇ ਮਨ ਦੇ ਅੰਦਰੋਂ ਅਗਿਆਨਤਾ ਖਤਮ ਕਰ ਦਿੰਦੇ ਹਾਂ, ਸਾਡੇ ਅੰਦਰ ਚਾਨਣਾ ਹੋ ਜਾਂਦਾ ਹੈ। ਲੇਕਿਨ ਅਸੀਂ ਫਿਰ ਵੀ ਉਹੋ ਜਿਹੇ ਫਿਰਦੇ ਤੁਰਦੇ ਹੀ ਉਸੇ ਸ਼ਕਲ ਦੇ ਰਹਿੰਦੇ ਹਾਂ। ਪਰ ਇੱਕ ਚੌਥਾ ਜਿਹੜਾ ਦੱਸਦੇ ਹਨ ਭ੍ਰਿੰਗੀ ਹੈ। ਭ੍ਰਿੰਗੀ ਪੰਜਾਬ ਦੇ ਲੋਕ ਉਸ ਨੂੰ ਆਮ ਤੌਰ ਤੇ ਜਾਣਦੇ ਹਨ ਕਿ ਜਿਸ ਬਾਹਰ ਕਿਸੇ ਮਕਾਨਾਂ ਦੇ ਕੋਨੇ ਦੇ ਵਿੱਚ ਇੰਨਾ ਛੋਟਾ ਜਿਹਾ ਇੱਕ ਘਰ ਬਣਾਉਂਦਾ ਹੈ, ਯਾਨੀ ਮਿੱਟੀ ਲਿਆ ਕੇ ਚੀਖਣੀ ਕਿਤੋਂ ਉਹ ਥੋੜੀ ਥੋੜੀ ਲਿਆ ਕੇ ਇੱਕ ਥੋੜਾ ਜਿਹਾ ਛੋਟਾ ਜਿਹਾ ਘਰ ਬਣਾ ਲੈਂਦਾ ਹੈ। ਉਸ ਘਰ ਦੇ ਵਿੱਚ ਆਪ ਉਹ ਰਹਿੰਦਾ ਹੈ ਔਰ ਬਾਹਰੋਂ ਕੀੜੇ ਚੁੱਕ ਕੇ ਲੈ ਕੇ ਆਉਂਦਾ ਹੈ। ਕੀੜੇ ਦੇ ਡੰਗ ਮਾਰਦਾ ਹੈ। ਜਦੋਂ ਡੰਗ ਮਾਰਦਾ ਹੈ ਕੀੜਾ ਆਪਣੀ ਤਵੱਜੋ ਉਸ ਦੀ ਤਰਫ ਨੂੰ ਲਾ ਦਿੰਦਾ ਹੈ। ਫਿਰ ਉਹ ਆਪਣੀ ਖੁਦ ਦੇ ਵਿੱਚ ਉਸ ਨੂੰ ਚੰਗੀ ਤਰ੍ਹਾਂ ਧੁੱਸ ਕੇ ਅੱਛੀ ਤਰ੍ਹਾਂ ਵਿੱਚ ਰੱਖ ਲੈਂਦਾ ਹੈ ਔਰ ਅੱਗਿਓਂ ਰਸਤਾ ਬੰਦ ਕਰ ਦਿੰਦਾ ਹੈ ਕਿ ਕੀੜਾ ਜਿਹੜਾ ਹੈ ਬਾਹਰ ਨਾ ਨਿਕਲ ਸਕੇ। ਥੋੜਾ ਜਿਹਾ ਰਸਤਾ ਰੱਖਦਾ ਹੈ। ਫਿਰ ਉਹ ਬਾਹਰ ਜਾਂਦਾ ਹੈ, ਚੋਗ ਚੁਗਦਾ ਹੈ, ਉਸ ਦੇ ਵਾਸਤੇ ਚਾਰਾ ਲੈ ਕੇ ਆਉਂਦਾ ਹੈ, ਉਸ ਦੇ ਵਾਸਤੇ ਚੋਗ ਲੈ ਕੇ ਆਉਂਦਾ ਹੈ ਔਰ ਫਿਰ ਜਦੋਂ ਉਹ ਪੀ ਕਰਦਾ ਹੈ ਕੀੜਾ ਡਰਦੇ ਮਾਰੇ ਉਸ ਦੀ ਤਰਫ ਤਵੱਜੋ ਦਿੰਦਾ ਹੈ। ਉਹਦਾ ਖਿਆਲ ਜਿਹੜਾ ਹੈ ਉਸ ਦੀ ਤਵੱਜੋ ਜਿਹੜੀ ਹੈ ਭ੍ਰਿੰਗੀ ਦੀ ਤਰਫ ਖਿੱਚੀ ਜਾਂਦੀ ਹੈ ਔਰ ਰੋਜ਼ ਡਰਦੇ ਮਾਰੇ ਭ੍ਰਿੰਗੀ ਦੀ ਸ਼ਕਲ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਔਰ ਇਸ ਤਰ੍ਹਾਂ ਵਸਾਉਂਦਾ ਹੈ ਕਿ ਆਹਿਸਤਾ ਆਹਿਸਤਾ ਉਹ ਆਪ ਵੀ ਭ੍ਰਿੰਗੀ ਬਣ ਜਾਂਦਾ ਹੈ ਔਰ ਉਸ ਦੇ ਪਰ ਆ ਜਾਂਦੇ ਹਨ। ਉਹ ਆਪਣੀ ਸ਼ਕਲ ਬਦਲ ਦਿੰਦਾ ਹੈ ਔਰ ਬਿਲਕੁਲ ਉਹਦਾ ਹੀ ਰੂਪ ਬਣ ਜਾਂਦਾ ਹੈ। ਜਿਹੜੇ ਕਾਮਲ ਮੁਰਸ਼ਿਦ ਸਾਧੂ ਸੰਤ ਮਹਾਤਮਾ ਹੁੰਦੇ ਹਨ, ਅਸੀਂ ਉਹਨਾਂ ਦਾ ਜਦੋਂ ਸਰੂਪ ਹਿਰਦੇ ਵਿੱਚ ਵਸਾਉਣਾ ਸ਼ੁਰੂ ਕਰ ਦਿੰਦੇ ਹਾਂ, ਸਾਡਾ ਸਾਰਾ ਕੁਝ ਹੀ ਬਦਲ ਜਾਂਦਾ ਹੈ। ਭਾਵ ਅੰਦਰਲੀ ਵਿਰਤੀ ਸਾਡੀ ਸਾਰੀ ਦੀ ਸਾਰੀ ਬਦਲ ਕੇ ਅਸੀਂ ਸਹਸ ਦਲ ਕਮਲ ਤੋਂ ਉੱਪਰ ਚੜ੍ਹਨਾ ਸ਼ੁਰੂ ਕਰ ਦਿੰਦੇ ਹਾਂ। ਜਿਸ ਤਰ੍ਹਾਂ ਬਾਰੀਕ ਨਲੀਆਂ ਦੇ ਅੰਦਰ ਪਾਣੀ ਜਿਹੜਾ ਹੈ ਆਪਣੀ ਸਤਹ ਹਮਵਾਰ ਤੋਂ ਆਪਣੇ ਆਪ ਉੱਪਰ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ, ਇਸੇ ਤਰ੍ਹਾਂ ਆਹਿਸਤਾ ਆਹਿਸਤਾ ਅਸੀਂ ਮਨ ਦੀ ਸਤਹ ਨੂੰ ਉਲੰਘ ਕੇ ਪਾਰ ਬ੍ਰਹਮ ਦੀ ਤਰਫ ਨੂੰ ਜਾਣਾ ਸ਼ੁਰੂ ਕਰ ਦਿੰਦੇ ਹਾਂ ਔਰ ਅੰਦਰ ਸਾਡੇ ਸਤਿਗੁਰੂ ਦੇ ਨੂਰੀ ਸਰੂਪ ਦਾ ਉਹ ਐਸਾ ਢਾਂਚਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ, ਐਸਾ ਨੂਰ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਉਸ ਦੇ ਵਿੱਚ ਸਮਾ ਕੇ ਉਹਦਾ ਹੀ ਰੂਪ ਬਣ ਕੇ ਬੈਠ ਜਾਂਦੇ ਹਾਂ। ਇਸ ਤਰ੍ਹਾਂ 4 ਪ੍ਰਕਾਰ ਦੇ ਗੁਰੂ ਕਿਹਾ ਜਾਂਦਾ ਹੈ। ਗੁਰੂ ਸਾਰੇ ਹੀ ਚੰਗੇ ਹਨ, ਪਰ ਸਾਨੂੰ ਐਸਾ ਗੁਰੂ ਭ੍ਰਿੰਗੀ ਵਰਗਾ ਗੁਰੂ ਚਾਹੀਦਾ ਹੈ ਜਿਹੜਾ ਸਾਡਾ ਸਭ ਕੁਝ ਬਦਲ ਕੇ ਰੱਖ ਦੇਵੇ, ਜਿਹੜਾ ਸਾਨੂੰ ਆਪਣੇ ਵਰਗਾ ਬਣਾ ਲੈਵੇ, ਜਿਹੜਾ ਸਾਨੂੰ ਆਪਣੇ ਵਿੱਚ ਹੀ ਸਮਾ ਲਵੇ। ਕਹੋ ਨਾਨਕ ਗੁਰ ਤੇ ਗੁਰ ਹੋਇਓ, ਦੇਖੋ ਤਿਸ ਕੀ ਰਜਾਏ, ਇਹ ਕਾਰਨ ਕਰਤਾ ਕਰੇ ਜੋਤੀ ਜੋਤ ਮਲਾਏ। ਹੁਣ ਮਹਾਤਮਾ 4 ਤਰ੍ਹਾਂ ਦੇ ਜਗਿਆਸੂ ਵੀ ਦੱਸਦੇ ਹਨ। ਅਰਜਨ ਨੂੰ ਕ੍ਰਿਸ਼ਨ ਮਹਾਰਾਜ ਸਮਝਾਉਂਦੇ ਹੋਏ ਕਹਿੰਦੇ ਹਨ, ਐ ਅਰਜਨ 4 ਤਰ੍ਹਾਂ ਦੇ ਮੇਰੇ ਭਗਤ ਹਨ। ਇੱਕ ਉਹ ਭਗਤ ਹਨ ਜਿਹੜੇ ਦੁੱਖ ਦੇ ਮਾਰੇ ਮੇਰੀ ਭਗਤੀ ਕਰਦੇ ਹਨ। ਜਦੋਂ ਕੋਈ ਦੁਖੀ ਹੁੰਦਾ ਹੈ ਤਾਂ ਉਹ ਮੇਰੀ ਭਗਤੀ ਕਰਦਾ ਹੈ, ਦੁੱਖ ਦੇ ਟਾਈਮ ਭਗਤੀ ਕਰਦਾ ਹੈ। ਜਦੋਂ ਉਹਦਾ ਦੁੱਖ ਦੂਰ ਹੋ ਜਾਂਦਾ ਹੈ ਫਿਰ ਉਹ ਮੈਨੂੰ ਭੁੱਲ ਜਾਂਦਾ ਹੈ, ਅੱਗੇ ਪਿੱਛੇ ਮੈਨੂੰ ਕੋਈ ਯਾਦ ਨਹੀਂ ਕਰਦਾ। ਇੱਕ ਤਾਂ ਉਹ ਭਗਤ ਕਹੇ ਜਾਂਦੇ ਹਨ। ਇੱਕ ਹੋਰ ਦੂਜੇ ਨੰਬਰ ਦੇ ਭਗਤ ਹਨ। ਦੂਜੇ ਨੰਬਰ ਦੇ ਉਹ ਭਗਤ ਹਨ ਜਿਨ੍ਹਾਂ ਨੂੰ ਜਗਿਆਸੂ ਕਿਹਾ ਜਾਂਦਾ ਹੈ। ਜਗਿਆਸੂ ਲੋਕ ਮਾਲਕ ਦੀ ਭਗਤੀ ਮਾਲਕ ਦੇ ਮਿਲਣ ਵਾਸਤੇ ਕਰਦੇ ਹਨ, ਮਾਲਕ ਦੀ ਖੋਜ ਵਾਸਤੇ ਕਰਦੇ ਹਨ, ਉਹਨਾਂ ਨੂੰ ਜਗਿਆਸੂ ਕਿਹਾ ਜਾਂਦਾ ਹੈ। ਇੱਕ ਉਹ ਲੋਕ ਹਨ ਜਿਹੜੇ ਲੋਕ ਕੋਈ ਚਾਹਨਾ ਰੱਖ ਕੇ ਭਗਤੀ ਕਰਦੇ ਹਨ। ਜਦੋਂ ਉਹਨਾਂ ਦੇ ਅੰਦਰ ਯਾਚਨਾ ਤ੍ਰਿਸ਼ਨਾ ਚਾਹਨਾ ਕਿਸੇ ਚੀਜ਼ ਦੀ ਹੁੰਦੀ ਹੈ, ਉਮੰਗ ਪੈਦਾ ਹੋ ਜਾਂਦੀ ਹੈ, ਉਸ ਦੇ ਬਾਰੇ ਸੋਚ ਕਰਦੇ ਹਨ, ਫਿਰ ਉਹ ਮਾਲਕ ਦੇ ਅੱਗੇ ਜੋਦੜੀਆਂ ਕਰਦੇ ਹਨ, ਕੋਈ ਨਾ ਕੋਈ ਡਿਮਾਂਡ ਰੱਖ ਦਿੰਦੇ ਹਨ ਕਿ ਮਾਲਕ ਸਾਨੂੰ ਫਲਾਣੀ ਚੀਜ਼ ਦੇ, ਅਸੀਂ ਤੇਰੀ ਭਗਤੀ ਇਸ ਕਰਕੇ ਕਰਦੇ ਹਾਂ, ਤੂੰ ਸਾਡੇ ਤੇ ਬਖਸ਼ਿਸ਼ ਕਰ। ਯਾਨੀ ਉਹ ਚੀਜ਼ ਮੰਗਦੇ ਹਨ। ਜਦੋਂ ਉਹਨਾਂ ਦਾ ਉਹ ਕੰਮ ਪੂਰਾ ਹੋ ਜਾਂਦਾ ਹੈ ਫਿਰ ਉਹ ਮਾਲਕ ਦੀ ਭਗਤੀ ਕਰਨੀ ਛੱਡ ਦਿੰਦੇ ਹਨ। ਇੱਕ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਆਪਾਂ ਗਿਆਨੀ ਜਾਂ ਆਰਫ ਕਹਿੰਦੇ ਹਾਂ। ਗਿਆਨੀ ਆਰਫ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਗਿਆਨ ਪ੍ਰਾਪਤ ਕਰਕੇ ਆਰਫ ਬਣ ਕੇ ਮਾਲਕ ਦੇ ਵਿੱਚ ਜਾ ਕੇ ਸਮਾ ਚੁੱਕੇ ਹੋਏ ਹੁੰਦੇ ਹਨ, ਮਾਲਕ ਦਾ ਰੂਪ ਬਣੇ ਬੈਠੇ ਹੁੰਦੇ ਹਨ। ਉਹਨਾਂ ਦੇ ਅੰਦਰ ਹਮੇਸ਼ਾ
ਇੱਕੋ ਹੀ ਗੱਲ ਰਹਿੰਦੀ ਹੈ। ਉਹ ਸਦਾ ਹੀ ਮਾਲਕ ਹੀ ਕਰਦੇ ਹਨ। ਨਾ ਉਹਨਾਂ ਨੂੰ ਮਜ਼ਹਬ ਦਾ ਇਸ਼ਕ ਹੁੰਦਾ ਹੈ, ਨਾ ਕੌਮ ਦਾ ਇਸ਼ਕ ਹੁੰਦਾ ਹੈ, ਨਾ ਦੁਨੀਆ ਦੀ ਤ੍ਰਿਸ਼ਨਾ ਹੁੰਦੀ ਹੈ, ਨਾ ਦੁੱਖਾਂ ਔਰ ਸੁੱਖਾਂ ਦਾ ਕੋਈ ਚੱਕਰ ਹੁੰਦਾ ਹੈ। ਉਹ ਸਿਰਫ ਇੱਕ ਮਾਲਕ ਦੀ ਭਗਤੀ ਕਰਕੇ ਮਾਲਕ ਦਾ ਰੂਪ ਬਣ ਕੇ ਮਾਲਕ ਦੇ ਵਿੱਚ ਹੀ ਸਮਾਇਆ ਹੋਇਆ ਰਹਿਣਾ ਚਾਹੁੰਦੇ ਹਨ। ਉਹਨਾਂ ਇਹ 4 ਤਰ੍ਹਾਂ ਦੇ ਜਗਿਆਸੂ ਦੱਸੇ ਜਾਂਦੇ ਹਨ। ਹੁਣ ਮਹਾਤਮਾ ਸਾਨੂੰ ਸਮਝਾਉਂਦੇ ਹਨ, ਕਹਿੰਦੇ ਹਨ, ਗੁਰ ਗੋਬਿੰਦ ਸਹਿਲਾਈਏ ਭਾਈ, ਮਨ ਤਨ ਹਿਰਦੇ ਧਾਰ। ਸਾਡੇ ਹਿਰਦੇ ਦੇ ਅੰਦਰ ਗੁਰੂ ਦਾ ਸਰੂਪ ਆਉਣ ਦੀ ਜ਼ਰੂਰਤ ਹੈ। ਮਨ ਤਨ ਹਿਰਦੇ ਧਾਰ, ਹਿਰਦੇ ਦੇ ਵਿੱਚ ਧਾਰ ਕੇ। ਫਿਰ ਕੀ ਕਹਿੰਦੇ ਹਨ, ਸੱਚਾ ਸਾਹਿਬ ਮਨ ਵਸੇ ਭਾਈ, ਇਹਾ ਕਰਨੀ ਸਾਰ। ਸੱਚਾ ਸਾਹਿਬ ਸਾਡੇ ਹਿਰਦੇ ਦੇ ਵਿੱਚ, ਸਾਡੇ ਮਨ ਦੇ ਵਿੱਚ ਵਸਦਾ ਹੈ। ਸਾਰਿਆਂ ਨਾਲੋਂ ਉੱਚੀ ਕਰਨੀ ਜਿਹੜੀ ਹੈ ਇਹ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਾਨੂੰ ਇਹ ਕਰਨੀ ਕਰਨ ਵਾਸਤੇ ਘਰ ਛੱਡਣਾ ਪਵੇਗਾ, ਵਾਰ ਛੱਡਣਾ ਪਵੇਗਾ, ਬਾਲ ਬੱਚੇ ਛੱਡਣੇ ਪੈਣਗੇ, ਜੰਗਲਾਂ ਵਿੱਚ ਜਾਣਾ ਪਵੇਗਾ, ਤੀਰਥਾਂ ਤੇ ਜਾਣਾ ਪਵੇਗਾ, ਜਾਂ ਕਿਤੇ ਝੌਂਪੜੀ ਬਣਾ ਕੇ ਬਾਹਰ ਰਹਿਣਾ ਪਵੇਗਾ, ਜਾਂ ਗਾਰਾਂ ਵਿੱਚ ਜਾਣਾ ਪਵੇਗਾ, ਜਾਂ ਬਰਫਾਂ ਵਿੱਚ ਬੈਠਣਾ ਪਵੇਗਾ, ਜਾਂ ਕਿਸੇ ਮਸਜਿਦ ਮੰਦਰ ਗੁਰਦੁਆਰੇ ਦਾ ਸਹਾਰਾ ਲੈਣਾ ਪਵੇਗਾ। ਮਹਾਤਮਾ ਦੱਸਦੇ ਹਨ, ਨਹੀਂ, ਇਸ ਦੁਨੀਆ ਦੇ ਵਿੱਚ ਰਹਿ ਕੇ ਸਭ ਕੁਝ ਕਰਦਿਆਂ ਹੋਇਆਂ, ਇਹਨਾਂ ਦਾ ਹਿਸਾਬ ਕਿਤਾਬ ਲੇਖਾ ਪੱਤਾ ਦਿੰਦਿਆਂ ਹੋਇਆਂ ਅਸੀਂ ਉਸ ਮਾਲਕ ਦੀ ਭਗਤੀ ਕਰਨੀ ਹੈ। ਤੁਸੀਂ ਦੇਖੋ, ਆਪਾਂ ਦੀਵਾਰ ਦੇ ਨਾਲ ਇੱਕ ਕਲੌਕ ਲਾ ਲੈਂਦੇ ਹਾਂ, ਉਹਦੇ ਅੰਦਰ ਪੈਂਡੂਲਮ ਚੱਲਦਾ ਹੈ, ਉਹ ਰਾਤ ਦਿਨ ਚੱਲਦਾ ਰਹਿੰਦਾ ਹੈ, ਘੜੀ ਟਿਕ ਟਿਕ ਕਰਦੀ ਰਹਿੰਦੀ ਹੈ। ਉਹ ਪੈਂਡੂਲਮ ਦਾ ਖਾਸ ਕਰਕੇ ਉਸ ਕਲੌਕ ਦੇ ਜਿੰਨੇ ਪੁਰਜੇ ਹਨ ਉਹਨਾਂ ਨਾਲ ਸੰਬੰਧ ਹੁੰਦਾ ਹੈ। ਜੇਕਰ ਅਸੀਂ ਉਸ ਨੂੰ ਪਕੜ ਲਈਏ ਤਾਂ ਘੜੀ ਖੜੀ ਹੋ ਜਾਂਦੀ ਹੈ, ਜੇਕਰ ਉਸ ਨੂੰ ਉਤਾਰ ਕੇ ਰੱਖ ਦਈਏ ਤਾਂ ਘੜੀ ਜਿਹੜੀ ਹੈ ਟਾਈਮ ਅੱਗਾ ਪਿੱਛਾ ਕਰਨ ਲੱਗ ਜਾਂਦੀ ਹੈ। ਡਾਕਟਰ ਲੋਕ ਵੀ ਦੱਸਦੇ ਹਨ ਕਿ ਹਰ ਇੱਕ ਇਨਸਾਨ ਦੇ ਅੰਦਰ ਪੈਂਡੂਲਮ ਇਸ ਜਗ੍ਹਾ ਦੇ ਉੱਤੇ, ਹਿਰਦੇ ਦੇ ਉੱਤੇ ਚੱਲਣ ਲੱਗਿਆ ਹੋਇਆ ਹੈ। ਜੇਕਰ ਇਹ ਖੜ ਜਾਂਦਾ ਹੈ, ਇਸ ਨੂੰ ਹਾਰਟ ਅਟੈਕ ਹੋ ਜਾਂਦਾ ਹੈ, ਇਹ ਹਾਰਟ ਅਟੈਕ ਹੋ ਕੇ ਮਰ ਜਾਂਦਾ ਹੈ। ਇਹ ਸਾਰਾ ਹੀ ਹਿਸਾਬ ਕਿਤਾਬ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਆਪਣੇ ਬਾਲ ਬੱਚੇ, ਆਪਣਾ ਘਰ-ਬਾਰ, ਆਪਣੀ ਇਸਤਰੀ, ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਚਲੇ ਜਾਈਏ ਤਾਂ ਸਾਡਾ ਉਹ ਜਗਿਆਸੂਆਂ ਵਾਲਾ ਜਿਹੜਾ, ਜਾਂ ਭਗਤੀ ਵਾਲਾ ਜਿਹੜਾ ਸਾਡਾ ਭਗਤ, ਜਿਹੜਾ ਅਸੀਂ ਉਸ ਮਾਲਕ ਨੂੰ ਮਿਲਣਾ ਚਾਹੁੰਦੇ ਹਾਂ, ਉਹ ਕੰਮ ਖਤਮ ਹੋ ਜਾਂਦਾ ਹੈ। ਅਸੀਂ ਹੋਰ ਸੋਕ ਦੇ ਵਿੱਚ, ਹੋਰ ਝਗੜੇ ਦੇ ਵਿੱਚ ਪੈ ਜਾਂਦੇ ਹਾਂ। ਦਰਅਸਲ ਮਹਾਤਮਾ ਸਾਨੂੰ ਸਮਝਾਉਂਦੇ ਹਨ ਕਿ ਇਸ ਦੁਨੀਆ ਦੇ ਅੰਦਰ ਰਹਿਣਾ ਹੈ, ਮਾਲਕ ਦੀ ਭਗਤੀ ਦੁਨੀਆ ਦੇ ਅੰਦਰ ਰਹਿ ਕੇ ਕਰਨੀ ਹੈ। ਤੁਸੀਂ ਦੇਖੋ, ਵੱਡੇ ਮਹਾਰਾਜ ਫਰਮਾਇਆ ਕਰਦੇ ਸੀ ਕਿ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਦੇ ਵਿੱਚ ਬਹੁਤ ਦੂਰ ਪਿੰਡਾਂ ਤੋਂ ਕੂਏ ਹੋਇਆ ਕਰਦੇ ਸੀ। ਇੱਕ ਅੱਧਾ ਖੂਹ ਕਿਤੇ ਹੁੰਦਾ ਸੀ, ਉੱਥੋਂ ਸਾਰੀਆਂ ਲੜਕੀਆਂ ਪਾਣੀ ਭਰਨ ਵਾਸਤੇ ਜਾਇਆ ਕਰਦੀਆਂ ਸੀ। ਉਹ ਪਾਣੀ ਭਰਨ ਵਾਸਤੇ ਇੱਕ ਘੜਾ ਆਪਣੀ ਢਾਕ ਦੇ ਉੱਤੇ ਰੱਖ ਲੈਂਦੀਆਂ ਸੀ, ਇੱਕ ਆਪਣੇ ਸਿਰ ਦੇ ਉੱਤੇ ਘੜਾ 1-2 ਰੱਖ ਲੈਂਦੀਆਂ ਸੀ, ਔਰ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਰਸਤੇ ਦੇ ਵਿੱਚ ਗੱਲਬਾਤ ਵੀ ਕਰਦੀਆਂ ਸੀ। ਸਭ ਸਖੀਆਂ ਨੂੰ ਬੋਲਤ ਚਾਲਤ ਚਿੱਤ ਕਲ ਸਾਵੇਂ ਲਾਈ। ਸਾਰੀਆਂ ਸਖੀਆਂ ਦੇ ਨਾਲ ਬੋਲਦੀਆਂ ਚੱਲਦੀਆਂ ਗੱਲਾਂ ਬਾਤਾਂ ਕਰਦੀਆਂ ਹੋਈਆਂ, ਉਹਨਾਂ ਦਾ ਚਿੱਤ ਧਿਆਨ ਜਿਹੜਾ ਹੈ ਉਹ ਘੜੇ ਦੇ ਵਿੱਚ ਲੱਗਿਆ ਹੁੰਦਾ ਸੀ। ਕਦੇ ਤੁਸੀਂ ਗੁੱਡੀ ਚੜਾਉਂਦਾ ਲੜਕਾ ਦੇਖੋ, ਜਿਹੜਾ ਆਕਾਸ਼ ਦੇ ਵਿੱਚ ਪਤੰਗ ਚੜਾਉਣ ਲੱਗਿਆ ਹੋਇਆ ਹੈ, ਕਿੱਡੀ ਰੀਲ ਲੈ ਕੇ ਬੈਠ ਜਾਂਦਾ ਹੈ, ਆਪਣੀ ਉਂਗਲੀ ਦੇ ਨਾਲ ਧਾਗੇ ਨੂੰ ਬੰਨ੍ਹ ਲੈਂਦਾ ਹੈ। 10 ਬੱਚੇ ਉਹਦੇ ਆਲੇ ਦਾਲੇ ਖੜੇ ਹੁੰਦੇ ਹਨ। ਜੇ ਉਹਦੀ ਮਾਂ ਵੀ ਆ ਕੇ ਪਿੱਛੋਂ ਪਕੜ ਕੇ ਹਲੂਣਾ ਦੇ ਕੇ ਕਵੇ ਘਰ ਕੰਮ ਹੈ ਜਲਦੀ ਚੱਲ, ਤਾਂ ਵੀ ਉਹ ਆਪਣੀ ਤਵੱਜੋ ਉਸ ਪਤੰਗ ਦੇ ਵਿੱਚੋਂ ਨਹੀਂ ਛੱਡਦਾ। ਔਰ ਜੇਕਰ ਬੱਚਿਆਂ ਨਾਲ ਉਸ ਨੂੰ ਲੜਨਾ ਵੀ ਪੈ ਜਾਵੇ, ਉਹਨਾਂ ਨਾਲ ਘਸੁੰਨ ਮੁੱਕੀ ਵੀ ਕਰਦਾ ਹੈ, ਉਹਨਾਂ ਨਾਲ ਲੜਦਾ ਪਿੜਦਾ ਵੀ ਹੈ, ਪਰ ਪਤੰਗ ਤੇ ਦਾ ਖਿਆਲ ਨਹੀਂ ਛੱਡਦਾ। ਉਹ ਪਤੰਗ ਨੂੰ ਆਪਣੇ ਨੂੰ ਇਸ ਉਂਗਲੀ ਦੇ ਨਾਲ ਚੜਾਉਂਦਾ ਹੈ। ਇਸੇ ਤਰ੍ਹਾਂ ਮਹਾਤਮਾ ਦੱਸਦੇ ਹਨ, ਉਸ ਮਾਲਕ ਦੀ ਰਾਤ ਦਿਨ ਭਗਤੀ ਕਰਨੀ ਹੈ, ਦੁਨੀਆ ਦੇ ਵਿੱਚ ਰਹਿ ਕੇ ਕਰਨੀ ਹੈ। ਜੈਸੇ ਜਲ ਮੇ ਕਮਲ ਨਰਾਲਮ ਮੁਰਗਾਈ ਨਿਸ਼ਾਨੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਿਖਾਨੇ। ਜਿਸ ਤਰ੍ਹਾਂ ਦੁਨੀਆ ਦੇ ਵਿੱਚ ਮਹਾਤਮਾ ਇਸ ਤਰ੍ਹਾਂ ਕਹਿੰਦੇ ਹਨ, ਇਸ ਤਰ੍ਹਾਂ ਰਹਿਣਾ ਹੈ ਜਿਸ ਤਰ੍ਹਾਂ ਕਮਲ ਪਾਣੀ ਦੇ ਵਿੱਚ ਰਹਿੰਦਾ ਹੈ। ਗੁਰੂ ਸਾਹਿਬ ਕਹਿੰਦੇ ਲਹਿਰੀ ਨਾਲ ਪਛਾੜੀਏ ਧੀ ਜਲੇ ਅਸਨੇ। ਲਹਿਰ ਦੇ ਨਾਲ ਜੇਕਰ ਪਾਣੀ ਦੇ ਵਿੱਚ ਉਹ ਡੁੱਬ ਵੀ ਜਾਂਦਾ ਹੈ, ਪਛਾੜਿਆ ਵੀ ਜਾਂਦਾ ਹੈ, ਤਾਂ ਵੀ ਜਦੋਂ ਖੜਾ ਹੁੰਦਾ ਹੈ ਫਿਰ ਇਸ ਤਰ੍ਹਾਂ ਹੁੰਦਾ ਹੈ ਕਿ ਸੁੱਕਾ ਔਰ ਸਾਫ਼ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਦੁਨੀਆ ਦੇ ਅੰਦਰ ਰਹਿਣਾ ਹੈ। ਫਿਰ ਮਰਗਾਬੀ ਦੀ ਮਿਸਾਲ ਦਿੰਦੇ ਹਨ, ਸੁੱਕੇ ਪ੍ਰਾਣਾ ਆਕਾਸ਼ ਦੇ ਵਿੱਚ ਉੱਡ ਜਾਂਦੀ ਹੈ। ਦੁਨੀਆ ਵਿੱਚ ਰਹਿੰਦਿਆਂ ਹੋਇਆਂ ਉਸ ਮਾਲਕ ਦੀ ਭਗਤੀ, ਮਾਲਕ ਦਾ
ਸ਼ੁਕਰ ਕਰਨਾ ਹੈ ਕਿ ਐ ਮਾਲਕ ਅਸੀਂ ਤੇਰੇ ਦੇਸ਼ ਦੇ ਵਿੱਚ ਤੇਰੇ ਚਰਨਾਂ ਦੇ ਵਿੱਚ ਰਹਿੰਦੇ ਹਾਂ, ਤੂੰ ਸਾਨੂੰ ਬਖਸ਼ਿਸ਼ ਕਰ, ਅਸੀਂ ਤੇਰੇ ਹਾਂ, ਉਹਦੇ ਬਣ ਕੇ ਰਹਿਣ ਦੀ ਜ਼ਰੂਰਤ ਹੈ। ਇੱਥੇ ਗੁਰੂ ਸਾਹਿਬ ਬੜੇ ਪਿਆਰ ਦੇ ਨਾਲ ਹਰ ਪੁਆਇੰਟ ਦੇ ਉੱਤੇ ਇਹ ਸ਼ਬਦ ਦੇ ਅੰਦਰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਅੱਗੇ ਅੱਛੀ ਤਰ੍ਹਾਂ ਖੋਲ ਕੇ ਦੱਸਣਗੇ। ਹਾਂ ਜੀ। ਗੁਰ ਗੋਬਿੰਦ ਸਲਾਈਏ ਪਾਈ ਮਨ ਤਨ ਹਿਰਦੈ ਤਾਰ ਸਾਚਾ ਸਾਹਿਬ ਮਨ ਵਾਸੈ ਪਾਈ ਏਹਾ ਕਰਨੀ ਸਾਰ ਜਿਤ ਤਨ ਨਾਮ ਨ ਉਪਜੈ ਪਾਈ ਸੇ ਤਨ ਹੋਏ ਛਾਰ ਸਾਧ ਸੰਗਤ ਕੋ ਵਾਰਿਆ ਪਾਈ ਜਿਨਕਾਰ ਧਾਰ। ਬੜਾ ਹੀ ਉੱਚਾ ਸੰਦੇਸ਼ ਹੈ। ਅੰਗਰੇਜ਼ ਕਹਿੰਦੇ ਸੀ ਜੇਕਰ ਇਹ ਬਾਣੀ ਸਾਡੀ ਜ਼ੁਬਾਨ ਦੇ ਵਿੱਚ ਲਿਖੀ ਹੋਈ ਹੁੰਦੀ, ਅਸੀਂ ਇਸ ਦੇ ਉੱਤੇ ਅਮਲ ਕਰਦੇ, ਇਸ ਤੇ ਵਿਚਾਰ ਕਰਦੇ। ਪਰ ਦੇਖ ਲਓ ਸਾਡੇ ਪੰਜਾਬ ਦੇ ਵਿੱਚ ਇਹ ਕਿਤਨੀ ਬਾਣੀ ਰਾਤ ਦਿਨ ਪੜ੍ਹੀ ਜਾਂਦੀ ਹੈ, ਪਰ ਸਾਡੀ ਜ਼ੁਬਾਨ ਦੇ ਵਿੱਚ ਲਿਖੀ ਹੋਈ ਹੈ। ਅਸੀਂ ਰਾਤ ਦਿਨ ਪੜ੍ਹਦੇ ਹਾਂ, ਕਦੇ ਵਿਚਾਰਦੇ ਹੀ ਨਹੀਂ ਹਾਂ। ਰਾਤ ਦਿਨ ਪੜ੍ਹਨ ਤੇ ਜ਼ੋਰ ਲਾਇਆ ਹੋਇਆ ਹੈ। ਜੋ ਗੁਰੂ ਸਾਹਿਬ ਨੇ ਕਿਹਾ ਸੀ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਸਾਹਿਬ ਮਹਾਰਾਜ ਬੜਾ ਸੁੰਦਰ ਸੰਦੇਸ਼ ਦਿੰਦੇ ਹੋਏ ਸਮਝਾਉਂਦੇ ਹਨ। ਆਪ ਕਹਿੰਦੇ ਹਨ ਜਿਤ ਤਨ ਨਾਮ ਨ ਉਪਜੇ ਭਾਈ ਸੇ ਤਨ ਹੋਵੇ ਛਾਰ। ਮਤਾ ਕਿਸੇ ਦੇ ਮਨ ਦੇ ਵਿੱਚ ਖਿਆਲ ਹੋਵੇ ਮੈਂ ਵੱਡਾ ਧਨਾਢ ਹਾਂ, ਮੇਰੇ ਪਾਸ ਬੜਾ ਧਨ ਹੈ, ਦੌਲਤ ਹੈ, ਮੈਂ ਦੁਨੀਆ ਦੀ ਮੇਰੇ ਕੋਲ ਹਕੂਮਤ ਹੈ, ਬਾਗਡੋਰ ਹੈ, ਮੈਂ ਲੀਡਰ ਹਾਂ। ਗੁਰੂ ਸਾਹਿਬ ਕਹਿੰਦੇ ਕਿਸੇ ਲੇਖੇ ਨਹੀਂ ਜੇਕਰ ਸਾਡੇ ਹਿਰਦੇ ਵਿੱਚ ਨਾਮ ਰੂਪੀ ਵਸਤੂ ਨਹੀਂ ਪਈ, ਕਿਉਂਕਿ ਨਾਮ ਵਸਾਰ ਚੱਲੇ ਅਨਮਾਰਗ ਅੰਤ ਕਾਲ ਪਛਤਾਈ ਹੈ। ਨਾਮ ਤੋਂ ਬਿਨਾਂ ਤਾਂ ਅਖੀਰ ਨੂੰ ਸਾਨੂੰ ਪਛਤਾਉਣਾ ਪੈਂਦਾ ਹੈ, ਗੰਦਗੀ ਦੇ ਕੀੜੇ ਬਣਨਾ ਪੈਂਦਾ ਹੈ, ਦਿਸ਼ਟਾ ਦੇ ਕੀੜੇ ਬਣਨਾ ਪੈਂਦਾ ਹੈ। ਗੁਰੂ ਸਾਹਿਬ ਕਹਿੰਦੇ ਸਾਧ ਸੰਗਤ ਕੋ ਵਾਰਿਆ ਭਾਈ ਜਿਨ ਏਕ ਓੰਕਾਰ ਆਧਾਰ। ਕਹਿੰਦੇ ਬਲਿਹਾਰ ਜਾਈਏ ਐਸੇ ਸਾਧੂ ਸੰਤ ਮਹਾਤਮਾ ਦੇ ਜਿਨ੍ਹਾਂ ਨੂੰ ਇੱਕੋ ਨਾਮ ਦਾ ਆਧਾਰ ਹੈ, ਇੱਕ ਮਾਲਕ ਦਾ ਹੀ ਆਧਾਰ ਹੈ। ਉਹ ਰਾਤ ਦਿਨ ਮਾਲਕ ਦੇ ਹੋ ਕੇ ਮਾਲਕ ਦੇ ਵਿੱਚ ਵਿਚਰੇ ਹੋਏ ਹੁੰਦੇ ਹਨ। ਉਹ ਦੁਨੀਆ ਦੀ ਕਿਸੇ ਚੀਜ਼ ਦੀ, ਤਾਂ ਹਕੂਮਤ ਦੀ, ਨਾ ਕਿਸੇ ਮਜ਼ਹਬ ਦੀ, ਨਾ ਕਿਸੇ ਕੌਮ ਦੀ ਖੁਆਇਸ਼ ਨਹੀਂ ਰੱਖਦੇ, ਚਾਹਨਾ ਨਹੀਂ ਰੱਖਦੇ। ਉਹਨਾਂ ਦੀਆਂ ਸਾਰੀਆਂ ਕੌਮਾਂ ਆਪਣੀਆਂ ਹੁੰਦੀਆਂ ਹਨ, ਸਾਰੇ ਮਜ਼ਹਬ ਉਹਨਾਂ ਦੇ ਆਪਣੇ ਹੁੰਦੇ ਹਨ, ਸਾਰੀ ਆਲ ਦੁਨੀਆ ਸਾਰੀ ਦੀ ਸਾਰੀ ਉਹਨਾਂ ਦੀ ਆਪਣੀ ਹੁੰਦੀ ਹੈ। ਉਹ ਸਾਰੀ ਦੁਨੀਆ ਨੂੰ ਆਪਣਾ ਸਮਝਦੇ ਹਨ, ਆਪ ਨੂੰ ਸਾਰੀ ਦੁਨੀਆ ਦਾ ਸਮਝਦੇ ਹਨ। ਉਹ ਕਦੇ ਕੋਈ ਮਜ਼ਹਬ ਦਾ, ਕਿਸੇ ਕੌਮ ਦਾ, ਕਿਸੇ ਦੇਸ਼ ਦਾ ਝਗੜਾ ਖੜਾ ਕਰਨ ਵਾਸਤੇ ਨਹੀਂ ਆਉਂਦੇ। ਉਹ ਤਾਂ ਮਾਲਕ ਦੀ ਭਗਤੀ ਕਰਦੇ ਹਨ। ਹੁਣ ਸਵਾਲ ਪੈਦਾ ਹੋ ਗਿਆ, ਉਹਨਾਂ ਦੇ ਚਰਨਾਂ ਦੇ ਵਿੱਚ ਮਾਇਆ ਜਿਹੜੀ ਹੈ ਰੁਲਦੀ ਫਿਰਦੀ ਰਹਿੰਦੀ ਹੈ। ਮਾਇਆ ਦਾਸੀ ਸੰਤਨ ਕੇਰੀ, ਉਹ ਸੰਤਾਂ ਦੀ ਦਾਸੀ ਬਣ ਜਾਂਦੀ ਹੈ। ਉਹ ਰਾਤ ਦਿਨ ਉਸ ਮਾਲਕ ਤੋਂ ਬਗੈਰ ਹੋਰ ਚੀਜ਼ ਮਾਲਕ ਤੋਂ ਨਹੀਂ ਮੰਗਦੇ, ਬਲਕਿ ਆਪ ਹੀ ਮਾਲਕ ਹੋਏ ਹੁੰਦੇ ਹਨ। ਬੜਾ ਸੁੰਦਰ ਸੰਦੇਸ਼ ਦਿੰਦੇ ਹਨ। ਤੁਸੀਂ ਦੇਖੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਿਹੜੇ ਬੱਚੇ ਸੀ, ਉਹਨਾਂ ਨੇ ਇੱਕ ਦਫਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਕੋਲ ਬੈਠ ਕੇ ਕਹਿਣਾ ਸ਼ੁਰੂ ਕਰ ਦਿੱਤਾ, ਦੇਖੋ ਕਿਤਨਾ ਧਨ ਆਪਣੇ ਘਰ ਵਿੱਚ ਆਉਂਦਾ ਹੈ, ਕਿਤਨਾ ਚੜਾਵਾ ਆਉਂਦਾ ਹੈ, ਥੋੜਾ ਬਹੁਤ ਸਾਨੂੰ ਆਪ ਨੂੰ ਵੀ ਰੱਖ ਲੈਣਾ ਚਾਹੀਦਾ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਉਹਦਾ ਹੋ ਚੁੱਕਿਆ ਹਾਂ, ਉਹ ਮੇਰਾ ਹੈ, ਮੈਨੂੰ ਮਾਇਆ ਇਸ ਧਨ ਦੌਲਤ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਚੜਾਵੇ ਦਾ ਧਨ ਜਿਹੜਾ ਹੈ ਸਾਡੇ ਖਾਣ ਦੇ ਕਾਬਲ ਨਹੀਂ ਹੈ। ਉਹ ਕਿਉਂਕਿ ਜਦੋਂ ਕਿਸੇ ਆਦਮੀ ਦਾ ਹਿਰਦਾ ਕਾਲਾ ਹੋ ਚੁੱਕਿਆ ਹੋਇਆ ਹੋਵੇ, ਉਹ ਮਾਇਆ ਦੀ ਤਰਫ ਨੂੰ ਉਸ ਦੀ ਤਵੱਜੋ ਜਾਂਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਦਿਨ ਉਹਨਾਂ ਨੂੰ ਕਿਹਾ ਕਿ ਬੇਟਾ ਆ ਥੈਲੀਆਂ ਮਾਇਆ ਦੀਆਂ, ਪੈਸਿਆਂ ਦੀਆਂ, ਰੁਪਈਆਂ ਦੀਆਂ ਹਨ,
ਇਹ ਤੁਸੀਂ ਗਿਣੋ। ਚਾਂਦੀ ਦੇ ਰੁਪਈਏ ਸੀ, ਉਹਨਾਂ ਦੇ ਅੱਗੇ ਢੇਰ ਲਾ ਦਿੱਤੇ। ਉਹਨਾਂ ਨੂੰ ਕਿਹਾ ਗਿਣ ਗਿਣ ਕੇ ਥੈਲੀਆਂ ਦੇ ਵਿੱਚ ਪਾਉਂਦੇ ਰਹੋ। ਉਹ ਸਾਰਾ ਦਿਨ ਗਿਣਦੇ ਰਹੇ। ਸ਼ਾਮ ਨੂੰ ਜਿਸ ਵਕਤ ਗਿਣ ਕੇ ਹਟੇ, ਹੱਥ ਕਾਲੇ ਹੋਏ ਪਏ ਸੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ ਕਹਿਣ ਲੱਗੇ, ਹੱਥ ਕਾਲੇ ਹੋ ਗਏ ਹਨ। ਗੁਰੂ ਸਾਹਿਬ ਕਹਿਣ ਲੱਗੇ, ਅਜੇ ਤਾਂ ਹੱਥ ਹੀ ਕਾਲੇ ਹੋਏ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦੀ ਹੈ, ਉਹਨਾਂ ਦਾ ਅੰਦਰ ਵੀ ਕਾਲਾ ਹੋ ਜਾਂਦਾ ਹੈ। ਮਾਇਆ ਐਡੀ ਜ਼ਬਰਦਸਤ ਹੈ, ਪਰ ਜਿਨ੍ਹਾਂ ਦੇ ਅੰਦਰ ਮਾਲਕ ਦੀ ਭਗਤੀ ਵਸ ਜਾਂਦੀ ਹੈ, ਉਹਨਾਂ ਦੇ ਅੰਦਰ ਨੂਰ ਪੈਦਾ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਮਾਲਕ ਵਸ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਮਾਲਕ ਦਾ ਆਧਾਰ ਹੁੰਦਾ ਹੈ। ਇਸ ਕਰਕੇ ਕਹਿੰਦੇ ਹਨ, ਸਾਧ ਸੰਗਤ ਕੋ ਵਾਰਿਆ ਭਾਈ ਜਿਨ ਏਕ ਓੰਕਾਰ ਆਧਾਰ। ਕਹਿੰਦੇ ਬਲਿਹਾਰ ਜਾਈਏ ਸਾਧੂ ਸੰਤ ਮਹਾਤਮਾ ਦੇ, ਜਿਨ੍ਹਾਂ ਨੇ ਇੱਕ ਮਾਲਕ ਦਾ ਆਧਾਰ ਰੱਖਿਆ ਹੋਇਆ ਹੈ। ਇੱਕ ਮਾਲਕ ਤੋਂ ਬਗੈਰ ਉਹਨਾਂ ਨੂੰ ਕਿਸੇ ਚੀਜ਼ ਦੀ ਸੂਝ ਨਹੀਂ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ, ਕਿਸੇ ਚੀਜ਼ ਦੀ ਯਾਚਨਾ ਤ੍ਰਿਸ਼ਨਾ ਨਹੀਂ ਹੁੰਦੀ। ਇਸ ਕਰਕੇ ਬਾਰ-ਬਾਰ ਇਸ ਪੁਆਇੰਟ ਦੇ ਉੱਤੇ ਲਿਆਉਂਦੇ ਹਨ ਤੇ ਬਾਣੀ ਆਪ ਨੇ ਬੜੀਆਂ ਕਮਾਲ ਇਹਦੇ ਵਿੱਚ ਕੋਟੇਸ਼ਨਾਂ ਆਉਂਦੀਆਂ ਹਨ। ਅੱਗੇ ਖੋਲ ਕੇ ਅੱਛੀ ਤਰ੍ਹਾਂ ਸਮਝਾਉਂਦੇ ਜਾ ਰਹੇ ਹਨ, ਅੱਗੇ ਦੱਸਾਂਗੇ। ਹਾਂਜੀ, सोई सच आराधना पाई जिस ते सब किछ हो गुर पूरे जना सबेल अवर को सोई सच आराधना पाई जिस ते सब कुछ होए। ਹੁਣ ਸਵਾਲ ਪੈਦਾ ਹੁੰਦਾ ਹੈ, ਉਹ ਸੱਚ ਕਿਹੜਾ ਹੈ ਜਿਸ ਤੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ, ਜਿਸ ਤੇ ਸਾਡੇ ਮਨ ਦੀ ਤ੍ਰਿਸ਼ਨਾ ਭਾਵਨਾ ਕੋਈ ਵੀ ਸਾਡੇ ਅੰਦਰ ਨਹੀਂ ਰਹਿੰਦੀ ਔਰ ਸਭ ਕੁਝ ਪੂਰੀ ਹੋ ਜਾਂਦੀ ਹੈ। ਉਹ ਸੱਚ ਕੀ ਹੈ? ਆਮ ਤੌਰ ਤੇ ਜੇਕਰ ਅਸੀਂ ਕਿਸੇ ਸਾਧੂ ਸੰਤ ਮਹਾਤਮਾ ਦੀ ਸੰਗਤ ਦੇ ਵਿੱਚ ਜਾਂਦੇ ਹਾਂ, ਉੱਥੇ ਜਾ ਕੇ ਅਸੀਂ ਪਦਾਰਥ ਮੰਗਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਪੰਜਵੀਂ ਪਾਤਸ਼ਾਹੀ ਨੇ ਸੁਖਮਨੀ ਸਾਹਿਬ ਦੇ ਵਿੱਚ ਲਿਖਿਆ ਹੈ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਚਾਰ ਪਦਾਰਥ ਕਿਹੜੇ ਹਨ? ਧਰਮ, ਅਰਥ, ਕਾਮ, ਮੋਕਸ਼। ਇਹ ਚਾਰ ਪਦਾਰਥ ਦੱਸੇ ਜਾਂਦੇ ਹਨ। ਉਪਨਿਸ਼ਦਾਂ ਦੇ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ ਔਰ ਇਸ ਦਾ ਜ਼ਿਕਰ ਗ੍ਰੰਥਾਂ ਪੋਥੀਆਂ ਦੇ ਵਿੱਚ ਦੱਸਿਆ ਜਾਂਦਾ ਹੈ, ਲੇਕਿਨ ਗੁਰੂ ਸਾਹਿਬ ਇਸ ਚੀਜ਼ ਦੇ ਬਾਰੇ ਇੱਥੇ ਜ਼ਿਕਰ ਨਹੀਂ ਕਰਦੇ। ਇਹ ਕੁਝ ਹੋਰ ਚੀਜ਼ ਦਾ ਜ਼ਿਕਰ ਕਰਦੇ ਹਨ। ਪਲਟੂ ਸਾਹਿਬ ਦੀ ਬਾਣੀ ਤੁਸੀਂ ਕਦੇ ਪੜ੍ਹ ਕੇ ਦੇਖੋ। ਪਲਟੂ ਸਾਹਿਬ ਮਹਾਤਮਾ ਨੇ ਬਾਰ-ਬਾਰ ਲਿਖਿਆ ਹੈ ਔਰ ਠੋਕ ਵਜਾ ਕੇ ਇਹ ਸਮਝਾਇਆ ਹੈ, ਸੰਤਨ ਚਾਹੇ ਮੁਕਤ ਕੋ ਨਹੀਂ ਪਦਾਰਥ ਚਾਰ, ਨਹੀਂ ਪਦਾਰਥ ਚਾਰ ਮੁਕਤ ਸੰਤਨ ਕੀ ਚੇਰੀ, ਰਿੱਧ ਸਿੱਧ ਪਰ ਥੁੱਕੇ ਸਵਰਗ ਕੀ ਆਸ ਨਾ ਹੇਰੀ। ਨਾ ਉਹ ਸਵਰਗ ਮੰਗਦੇ ਹਨ, ਨਾ ਉਹ ਰਿੱਧ ਸਿੱਧ ਮੰਗਦੇ ਹਨ, ਨਾ ਉਹ ਦੁਨੀਆ ਦੀਆਂ ਕੋਈ ਚੀਜ਼ਾਂ ਮੰਗਦੇ ਹਨ। ਉਹ ਚਾਰ ਪਦਾਰਥ ਨਹੀਂ ਮੰਗਦੇ। ਉਹ ਕੀ ਮੰਗਦੇ ਹਨ? ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਉਹਨਾਂ ਪਦਾਰਥਾਂ ਦਾ ਜ਼ਿਕਰ ਕੀਤਾ ਹੈ। ਉਹ ਸੱਚ ਮੰਗਦੇ ਹਨ। ਜਦੋਂ ਕਿਸੇ ਦੇ ਅੰਦਰ ਸੱਚ ਪ੍ਰਗਟ ਹੋ ਜਾਂਦਾ ਹੈ, ਉਹਨੂੰ ਸੰਤੋਖ ਆ ਜਾਂਦਾ ਹੈ। ਸੱਚ, ਸੰਤੋਖ, ਸਹਿਜ ਸੁਖ, ਬਾਣੀ, ਇਹ ਚਾਰ ਪਦਾਰਥਾਂ ਦਾ ਜ਼ਿਕਰ ਕੀਤਾ ਹੈ। ਸੱਚ, ਸੰਤੋਖ, ਸਹਿਜ ਸੁਖ, ਬਾਣੀ ਪੂਰੇ ਗੁਰ ਤੇ ਪਾਵਣਿਆ, ਇਹ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੇ ਹਨ। ਜਦੋਂ ਸੱਚ ਪ੍ਰਗਟ ਹੋ ਜਾਂਦਾ ਹੈ ਫਿਰ ਸੰਤੋਖ ਆ ਜਾਂਦਾ ਹੈ। ਜਦੋਂ ਸੰਤੋਖ ਆ ਜਾਂਦਾ ਹੈ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਦੋਂ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਅੰਦਰ ਬਾਣੀ ਵੱਜ ਜਾਂਦੀ ਹੈ। ਉਹ ਬਾਣੀ ਜਦੋਂ ਵੱਜ ਜਾਂਦੀ ਹੈ ਆਵਾਗਮਨ ਤੋਂ ਸਦਾ ਵਾਸਤੇ ਜੀਵ ਰਹਿਤ ਹੋ ਜਾਂਦਾ ਹੈ। ਉਸ ਦਾ ਜ਼ਿਕਰ ਕਰਕੇ ਆਪ ਬਿਆਨ ਕਰਦੇ ਹਨ। ਆਪ ਕਹਿੰਦੇ ਹਨ, ਪੂਰੇ ਗੁਰ ਜਣਾਇਆ ਭਾਈ ਤਿਸ ਬਿਨ ਅਵਰ ਨਾ ਕੋਏ। ਉਸ ਤੋਂ ਬਗੈਰ ਕੋਈ ਵੀ ਸਾਡਾ ਨਹੀਂ ਹੈ। ਪੂਰੇ ਗੁਰੂ ਤੋਂ ਬਗੈਰ ਦੁਨੀਆ ਦੇ ਅੰਦਰ ਅੰਧੇਰ ਹੈ। ਪੂਰੇ ਗੁਰੂ ਤੋਂ ਬਗੈਰ ਸਾਡਾ ਕੀ ਹੈ? ਹੁਣ ਸਵਾਲ ਪੈਦਾ ਹੁੰਦਾ ਹੈ, ਜੀ ਸਾਧੂ ਸੰਤ ਮਹਾਤਮਾ ਦੀ ਸੰਗਤ ਦੇ ਵਿੱਚ ਜਾਂਦੇ ਹਾਂ, ਇਹ ਬੜੀ ਕਮਾਲ ਸੁਣਨ ਵਾਲੀ ਗੱਲ ਹੈ ਕਿ ਸਾਨੂੰ ਦੁੱਖ ਵੀ ਕਈ ਦਫਾ ਖੜੇ ਹੁੰਦੇ ਹਨ। ਦੁੱਖ ਸੁੱਖ ਆਮ ਤੌਰ ਤੇ ਸਰੀਰ ਨਾਲ ਲੱਗੇ ਹੀ ਰਹਿੰਦੇ ਹਨ। ਕਿ ਅਸੀਂ ਸਾਧੂ ਸੰਤ ਮਹਾਤਮਾ ਦੀ ਸੰਗਤ ਦੇ ਵਿੱਚ ਜਾ
ਕੇ ਦੁਖੀ ਵੀ ਰਹਿ ਸਕਦੇ ਹਾਂ, ਦੁੱਖ ਵੀ ਸਾਨੂੰ ਆਉਂਦਾ ਹੈ। ਮਹਾਤਮਾ ਬੜੀਆਂ ਸੁੰਦਰ ਮਿਸਾਲਾਂ ਦੇ ਦੇ ਕੇ ਸਮਝਾਉਂਦੇ ਹਨ। ਦੁੱਖ ਸੁੱਖ ਤਾਂ ਜੀਵਨ ਦੇ ਸਾਥੀ ਹਨ, ਦੁੱਖ ਸੁੱਖ ਦੋनों जीवन साथी। कभी दुख कभी सुख आता है, क्यों दुखों से घबराता है, सदा नहीं के दुख ही रहेगा, सुख की भी घड़ियां आएंगी, मिटे रैन जब छुपदे तारे तो दिन का उजारा छाता है। इसी तरह बदलता रहता है, टाइम बदलते रहते हैं, दुख सुख आउंदे रहते हैं। पर जिस वक्त ये जीव साधु संत महात्मा की संगत दे विच जान लग जाता है, ਇਹਦੀ आत्मा जिहड़ी है पावर इसकी स्ट्रांग हो जाती है, विल पावर स्ट्रांग हो जाती है, ये दुख नूं सहण दे काबिल हो जाता है और खुशी नाल सहारदा है। मिसाल दे तौर ते एक मां अपने पुत्र नूं गोद दे विच लैके खड़ी हुई है, वो तरह तरह के फुल बूटे दिखाउण लगी हुई है, नमैश दिखाउण लगी हुई है, चंद्रमा रात नूं दिखाउण लगी हुई है। वो बड़ा खुशी दे नाल हसदा चलिया जाता है, ज्यों-ज्यों हसी जाता है मां उस दे नाल प्यार करी चली जाती है। जे प्यार दे विच आके मां उस दे जोर नाल चपेड़ मार दवे वो फिर भी हसदा ही रहता है। जे ओहो ही मां गुस्से विच आके चपेड़ मारदी है तो बुल टेरन लग जाता है, रोन लग जाता है। इन्ना फर्क पै जाता है जदों किसी जीव दा अपने प्रीतम प्यारे दे नाल प्यार पै जाता है, जे वो प्यार दे विच आके चपेड़ मारदा है तो साडे अंदर उस नूं सहण दी शक्ति हो जाती है, असीं खुशी नाल सहार लैंदे हां। और जेकर देख लो तुसीं ओहो ही दुख जेकर सानू बड़े झंझट पै के ओह दुख साडे उत्ते आउंदा है, फिर असीं कितना दुखी हुंदे हां। महात्मा सानू बड़े प्यार दे नाल समझाउंदे हन, जिहड़े गुरमुखां दी संगत दे विच जाण लग जांदे हन उन्हां नूं गुरमुखां दा आधार हुंदा है, गुरमुखां दा उन्हां नूं गुरमुखां दा साधु संतां महात्मा दा सहारा हुंदा है। वो अपने आप गुरमुखां दी तरफ अपने आप नूं ला के सिर्फ गुरमुखां दे उत्ते ही रात दिन ਇਹ ਕਹਿੰਦੇ ਹਨ ਕਿ ਤੇਰਾ ਕੀਆ ਮੀਠਾ ਲਾਗੇ, ਜੋ ਤੂੰ ਕਰਦਾ ਹੈ ਤੇਰੇ ਭਾਣੇ ਦੇ ਵਿੱਚ ਹੈ, ਜੇ ਤੂੰ ਰਾਜ ਕਰਾਵੇਂ ਤਾਂ ਕਵਨ ਵਡਿਆਈ, ਜੇ ਭੀਖ ਮੰਗਾਵੇਂ ਤਾਂ ਕਿਆ ਘਟ ਜਾਈ। ਇਸ ਤਰ੍ਹਾਂ ਮਹਾਤਮਾ ਸਾਨੂੰ ਵਾਰ-ਵਾਰ ਸਮਝਾਉਂਦੇ ਹਨ ਕਿ ਉਹਦੇ ਭਾਣੇ ਦੇ ਵਿੱਚ ਰਹਿਣ ਦੀ ਜ਼ਰੂਰਤ ਹੈ। ਇਹ ਕਦੋਂ ਸਮਾਂ ਆਉਂਦਾ ਹੈ ਜਦੋਂ ਕੋਈ ਜੀਵ ਅਭਿਆਸ ਕਰਕੇ ਉਹਦਾ ਬਣ ਜਾਂਦਾ ਹੈ। ਹੁਣ ਅੱਗੇ ਹੋਰ ਇਸ ਪੁਆਇੰਟ ਨੂੰ ਚੰਗੀ ਤਰ੍ਹਾਂ ਖੋਲਦੇ ਹਨ। ਹਾਂਜੀ, ਨਾਮ ਵਿਹੂਣੇ ਪਚ ਮੂਏ ਪਾਈ, ਗਣ ਤਲਾ ਜਾਏਗਾ ਵੇਣ ਸੱਚ ਸੋਚ ਪਾਈਏ ਪਾਈ, ਸਾਚਾ ਅਗਮ ਧਾਨੀ। ਨਾਮ ਬਿਹੂਣੇ ਪਚ ਮੂਏ ਭਾਈ। ਗੁਰੂ ਸਾਹਿਬ ਕਹਿੰਦੇ ਉਹ ਲੋਕੋ ਧਿਆਨ ਦੇ ਕੇ ਦੇਖੋ, ਨਾਮ ਤੋਂ ਹੀਣ ਨਾਮ ਤੋਂ ਬਿਨਾਂ ਅਨੇਕਾਂ ਜੀਵ ਪਚ ਗਏ ਹਨ। ਹੁਣ ਸੇਵਕ ਸਵਾਲ ਕਰਦਾ ਹੈ, ਸੱਚੇ ਪਾਤਸ਼ਾਹ ਕਿਤਨੇ ਕੁ ਪਚ ਗਏ ਹਨ? ਮਹਾਰਾਜ ਜੀ ਕਹਿੰਦੇ ਗਣਤ ਨਾ ਜਾਏ ਗਣੀ, ਕਹਿੰਦੇ ਗਿਣੇ ਨਹੀਂ ਜਾ ਸਕਦੇ। ਹਜ਼ੂਰ ਸ਼ਹਿਨਸ਼ਾਹ ਸਤਸੰਗ ਦੇ ਵਿੱਚ ਫਰਮਾਇਆ ਕਰਦੇ ਸੀ, ਮਜ਼ਹਬਾਂ ਦੇ ਮਜ਼ਹਬ, ਮੁਲਕਾਂ ਦੇ ਮੁਲਕ, ਦੇਸਾਂ ਦੇ ਦੇਸ਼, ਕੌਮਾਂ ਦੀਆਂ ਕੌਮਾਂ ਨਾਮ ਤੋਂ ਹੀਣ ਭਟਕਣ ਲੱਗੀਆਂ ਹੋਈਆਂ ਹਨ। ਨਾਮ ਤੋਂ ਬਗੈਰ ਤਾਂ ਜੀਵਨ ਹੀ ਕਿਸੇ ਲੇਖੇ ਨਹੀਂ ਹੈ। ਭਾਵੇਂ ਦੁਨੀਆ ਦਾ ਧਨ ਪਦਾਰਥ ਹੈ, ਦੁਨੀਆ ਦੀਆਂ ਜਾਇਦਾਦਾਂ ਹਨ, ਕਿਸੇ ਲੇਖੇ ਨਹੀਂ ਹਨ। ਕਿਉਂਕਿ ਪੰਜਵੀਂ ਪਾਤਸ਼ਾਹੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ, ਕਹਿੰਦੇ ਹਨ, ਪੰਜਵੀਂ ਪਾਤਸ਼ਾਹੀ ਕਹਿੰਦੇ ਹਨ, ਬਹੁਤ ਧਨਾੜ ਅਚਾਰ ਬੰਤ ਸ਼ੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਭਾਈਆਂ ਸੱਜਣ ਸੰਗ ਪ੍ਰੀਤ, ਲਸ਼ਕਰ ਤਰਕਸ ਬੰਦ ਬੰਦ ਜਿਉ ਜਿਉ ਸਗਲੀ ਕੀਤ, ਚਿਤਨਾ ਆਇਓ ਪਾਰ ਬ੍ਰਹਮ ਤਾਂ ਖਰ ਰਸਾਤਲ ਦੀਤ। ਅਗਰ ਮਾਲਕ ਦੀ ਕੋਈ ਭਗਤੀ ਨਹੀਂ ਕਰਦਾ ਕਹਿੰਦੇ ਹਨ ਨਰਕਾਂ ਵਿੱਚ ਜਾਂਦਾ ਹੈ। ਇੱਥੇ ਤੱਕ ਪੰਜਵੀਂ ਪਾਤਸ਼ਾਹੀ ਲਿਖਦੇ ਹਨ, ਰਾਜ ਮਿਲਖ ਸਿੱਕਦਾਰੀਆਂ ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ, ਰੰਗ ਤਮਾਸੇ ਬਹੁ ਵਿਧੀ ਚਾਹੇ ਲੱਗ ਰਿਹਾ, ਚਿਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਅਗਰ ਕੋਈ ਮਾਲਕ ਦੀ ਭਗਤੀ ਨਹੀਂ ਕਰਦਾ,
ਸਰਪ ਦੀ ਜੂਨੀ ਵਿੱਚ ਜਾਣਾ ਪੈਂਦਾ ਹੈ। ਬੜੇ ਮਹਾਰਾਜ ਕਿਹਾ ਕਰਦੇ ਸੀ, ਸੱਪ ਦੀ ਜੂਨੀ ਸਾਰਿਆਂ ਨਾਲੋਂ ਨਖਿੱਧ ਜੂਨੀ ਹੈ। ਦੇਖ ਲਓ ਕਿਸ ਤਰ੍ਹਾਂ ਮਹਾਤਮਾ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਹਨ। ਆਪ ਬੜੇ ਪਿਆਰ ਨਾਲ ਇੱਥੇ ਦੱਸਦੇ ਹਨ, ਕਹਿੰਦੇ ਬਿਨ ਸੱਚ ਸੋਚ ਨਾ ਪਾਈਏ ਭਾਈ, ਸੱਚਾ ਅਗਮ ਧਨੀ। ਉਹ ਅਗਮ ਧਨੀ ਮਾਲਕ ਨਿਰੰਕਾਰ ਜਿਹੜਾ ਹੈ, ਜਦ ਤੱਕ ਸਾਨੂੰ ਸ਼ਬਦ ਦਾ ਭੇਦ ਨਹੀਂ ਲੱਗਦਾ, ਜਦ ਤੱਕ ਅਸੀਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਉਹਨਾਂ ਦੀ ਧੂੜੀ ਦੇ ਵਿੱਚ ਇਸ਼ਨਾਨ ਨਹੀਂ ਕਰਦੇ, ਤਦ ਤੱਕ ਅਸੀਂ ਇਹ ਵਸਤੂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਦੁਨੀਆ ਦੇ ਜੀਵ ਇਸ ਖੁਸ਼ਬੂ ਨੂੰ ਲੈਣਾ, ਇਸ ਵਸਤੂ ਨੂੰ ਲੈਣਾ ਪਸੰਦ ਨਹੀਂ ਕਰਦੇ। ਬਾਣੀ ਦੇ ਵਿੱਚ ਆਉਂਦਾ ਹੈ, ਪਾਨਾ ਵਾੜੀ ਹੋਏ ਘਰ। ਪਾਨਾ ਦੇ ਜੇਕਰ ਬਾਗ ਦੇ ਅੰਦਰ ਖੋਤੇ ਨੂੰ ਵੰਨ ਦਿੱਤਾ ਜਾਵੇ, ਉਹ ਵਿਚਾਰਾ ਖੋਤਾ ਕੀ ਕਰਦਾ ਹੈ, ਉੱਥੇ ਜਿਤਨੇ ਫੁੱਲ ਹਨ, ਜਿਤਨੇ ਪੱਤਰ ਹਨ, ਸਭ ਖਾ ਜਾਂਦਾ ਹੈ। ਪਾਨਾ ਬਾੜੀ ਹੋਏ ਘਰ, ਖਰ ਸਾਰ ਨਾ ਜਾਣੇ, ਰਸੀਆ ਹੋਵੇ ਮੁਸ਼ਕ ਦਾ ਤਬ ਫੂਲ ਪਛਾਣੇ। ਜਦ ਕੋਈ ਰਸੀਆ ਹੁੰਦਾ ਹੈ ਤਾਂ ਮੁਸ਼ਕ ਦਾ ਰਸੀਆ ਬਣ ਜਾਂਦਾ ਹੈ, ਉਹ ਫੁੱਲ ਨੂੰ ਪਛਾਣਦਾ ਹੈ, ਉਸ ਨੂੰ ਪਤਾ ਲੱਗਦਾ ਹੈ ਫੁੱਲ ਦੀ ਕਹੀ ਜੀ ਮਹਿਕ ਹੈ। ਬੜੀ ਸੁੰਦਰ ਇੱਕ ਮੈਨੂੰ ਯਾਦ ਆਈ ਮਿਸਾਲ। ਇੱਕ ਦਫਾ ਦਾ ਜ਼ਿਕਰ ਹੈ, ਇੱਕ ਲੜਕੀ ਬਾਹਰ ਮੱਛੀਆਂ ਵੇਚਣ ਵਾਸਤੇ ਚਲੀ ਗਈ। ਉਹ ਮੱਛੀਆਂ ਦਾ ਟੋਕਰਾ ਆਪਣੇ ਸਿਰ ਦੇ ਉੱਤੇ ਚੁੱਕੀ ਜਾ ਰਹੀ ਹੈ। ਸਾਰੇ ਭੌਂ ਭੌਂ ਕੇ ਉਸਨੇ ਮੱਛੀਆਂ ਦਾ ਟੋਕਰਾ ਵੇਚ ਦਿੱਤਾ, ਖਾਲੀ ਕਰਕੇ ਵਾਪਸ ਆ ਰਹੀ ਸੀ। ਰਸਤੇ ਦੇ ਵਿੱਚ ਇੱਕ ਬਾਗ ਪਿਆ, ਉੱਥੇ ਆ ਕੇ ਉਸਨੂੰ ਅੰਧੇਰਾ ਹੋ ਗਿਆ। ਉਹਨੇ ਸੋਚਿਆ ਮੈਂ ਹੁਣ ਇਸਤਰੀ ਹੋਣ ਦੇ ਨਾਤੇ ਮੈਨੂੰ ਰਾਤ ਨੂੰ ਇੱਥੇ ਰਹਿ ਜਾਣਾ ਚਾਹੀਦਾ ਹੈ, ਰਸਤਾ ਬੜਾ ਖਤਰਨਾਕ ਹੈ। ਉਸਨੇ ਉਸ ਬਾਗ ਦੇ ਵਿੱਚ ਜਾ ਕੇ ਮਾਲਣ ਨਾਲ ਗੱਲ ਕੀਤੀ, ਮਾਲਣ ਮੈਂ ਇੱਥੇ ਰਾਤ ਕੱਟ ਸਕਦੀ ਹਾਂ? ਉਹਨੇ ਕਿਹਾ ਭੈਣ ਕੋਈ ਗੱਲ ਨਹੀਂ, ਬੜੀ ਖੁਸ਼ੀ ਨਾਲ ਕੱਟ ਲੈ, ਸਵੇਰੇ ਚਲੀ ਜਾਈ, ਅੰਧੇਰਾ ਜ਼ਿਆਦਾ ਹੋ ਗਿਆ ਹੈ। ਉਹਨੇ ਉੱਥੇ ਆਪਣੀ ਟੋਕਰੀ ਰੱਖ ਦਿੱਤੀ ਇੱਕ ਕੂਣੇ ਦੇ ਵਿੱਚ, ਆਪ ਉੱਥੇ ਉਹਦੇ ਕੋਲ ਬੈਠ ਗਈ। ਉਹਨੇ ਰੋਟੀ ਪਾਣੀ ਖਿਲਾਇਆ, ਉਹਨੂੰ ਬਿਸਤਰਾ ਮੰਜਾ ਦੇ ਦਿੱਤਾ, ਰਾਤ ਨੂੰ ਉਸਦੇ ਪਾਸ ਟਿਕ ਗਈ। ਜਿਸ ਵਕਤ ਰਾਤ ਨੂੰ ਲੰਮੀ ਪਈ, ਕਰਵਟਾਂ ਲਈ ਚਲੀ ਜਾਂਦੀ ਹੈ, ਕਦੇ ਇੱਧਰ ਕਰਵਟ ਲੈਂਦੀ ਹੈ, ਕਦੇ ਇੱਧਰ ਕਰਵਟ ਲੈਂਦੀ ਹੈ। ਉਹਨੇ ਕਿਹਾ ਭੈਣ ਤੈਨੂੰ ਨੀਂਦ ਨਹੀਂ ਆਉਂਦੀ, ਤੂੰ ਸੌਂਦੀ ਕਿਉਂ ਨਹੀਂ? ਉਹਨੇ ਕਿਹਾ ਕੀ ਦੱਸਾਂ ਭੈਣ, ਮੈਨੂੰ ਨੀਂਦ ਨਹੀਂ ਆ ਰਹੀ। ਕਿਉਂ ਨਹੀਂ ਆ ਰਹੀ? ਕਹਿੰਦੀ ਬੜੀ ਬਦਬੂ ਆਉਣ ਲੱਗੀ ਹੋਈ ਹੈ। ਉਹਨੇ ਕਿਹਾ ਬਦਬੂ ਕਾਦੀ ਹੈ? ਇੱਥੇ ਰਾਤ ਦੀ ਰਾਣੀ ਖਿਲੀ ਹੋਈ ਹੈ, ਚਮੇਲੀ ਖਿਲੀ ਹੋਈ ਹੈ, ਕਿੱਡੇ ਸੋਹਣੇ ਗੁਲਾਬ ਦੇ ਫੁੱਲ ਲੱਗੇ ਹੋਏ ਹਨ, ਕਿਤਨਾ ਬਾਗ ਦੇ ਵਿੱਚੋਂ ਮਹਿਕ ਆਉਣ ਲੱਗੀ ਹੋਈ ਹੈ, ਤੂੰ ਬਦਬੂ ਦੱਸਦੀ ਹੈ। ਖੈਰ ਚੁੱਪ ਕਰ ਗਈ। ਇੰਨੇ ਨੂੰ ਮਾਲੀ ਜਿਹੜਾ ਸੀ ਉਹ ਕਹਿੰਦਾ ਹੈ ਗੱਲ ਕੀ ਹੈ ਭੈਣ, ਕੀ ਕਹਿੰਦੀ ਹੈ? ਉਹਨੇ ਕਿਹਾ ਇਹ ਕਹਿੰਦੀ ਹੈ ਮੈਨੂੰ ਬਦਬੂ ਆਉਂਦੀ ਹੈ। ਕਹਿੰਦੀ ਅੱਛਾ। ਮਾਲੀ ਕਹਿੰਦਾ ਅੱਛਾ ਠੀਕ ਹੈ, ਇਹਦੀ ਟੋਕਰੀ ਕਿੱਥੇ ਪਈ ਹੈ? ਉਹਨੇ ਕਿਹਾ ਟੋਕਰੀ ਕੂਨੇ ਦੇ ਵਿੱਚ ਰੱਖੀ ਹੋਈ ਹੈ। ਉਹ ਇੱਕ ਪਾਸੋਂ ਟੋਕਰੀ ਚੱਕ ਕੇ ਲਿਆ ਕੇ ਉਸਨੇ ਉਹਦੇ ਨੱਕ ਦੇ ਉੱਤੇ ਮੁੰਡੀ ਮਾਰ ਦਿੱਤੀ, ਔਰ ਉਹ ਜਿਹੜੀ ਬਦਬੂ ਸੀ ਉਸਦੇ ਨੱਕ ਦੇ ਵਿੱਚ ਉਸ ਨੂੰ ਆਈ, ਔਰ ਫੌਰਨ ਹੀ ਉਸ ਨੂੰ ਨੀਂਦ ਆ ਗਈ। ਉਹ ਮਾਲਣ ਪੁੱਛਦੀ ਹੈ ਇਹ ਕੀ ਤਾਂ ਜਾਦੂ ਖੇਲਿਆ ਹੈ? ਉਹ ਕਹਿਣ ਲੱਗਿਆ ਜਾਦੂ ਕੋਈ ਨਹੀਂ, ਇਹ ਬਦਬੂ ਦੇ ਵਿੱਚ ਰਹਿਣ ਵਾਲੀ ਹੈ, ਇਹ ਬਦਬੂ ਦੇ ਵਿੱਚ ਹੀ ਸੌਣ ਵਾਲੀ ਹੈ, ਇਹ ਗੰਦਗੀ ਦਾ ਕੀੜਾ ਬਣ ਚੁੱਕੀ ਹੋਈ ਹੈ। ਅਸੀਂ ਦੁਨੀਆ ਦੇ ਜੀਵ ਸਾਧੂ ਸੰਤ ਮਹਾਤਮਾ ਦੀ ਖੁਸ਼ਬੂ ਨੂੰ, ਸੰਤ ਮਤ ਦੀ ਅਸਲੀਅਤ ਨੂੰ ਸਮਝਣ ਵਾਸਤੇ ਤਿਆਰ ਨਹੀਂ ਹਾਂ। ਅਸੀਂ ਤਾਂ ਮਜ਼ਹਬਾਂ ਦੀ ਬਦਬੂ ਲੈਣ ਨੂੰ ਤਿਆਰ ਹਾਂ, ਕੌਮਾਂ ਦੀ ਬਦਬੂ ਲੈਣ ਨੂੰ ਤਿਆਰ ਹਾਂ, ਧੀਆਂ ਪੁੱਤਰਾਂ ਯਾਰਾਂ ਦੋਸਤਾਂ ਮਿੱਤਰਾਂ ਭਰਾਵਾਂ ਦੀ ਬਦਬੂ ਲੈਣ ਨੂੰ ਤਿਆਰ ਹਾਂ। ਦੁਨੀਆ ਦੇ ਵਿੱਚ ਵਿਚਰੇ ਹੋਏ ਹਾਂ, ਅਸਲੀਅਤ ਨੂੰ ਪਕੜਨ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਕਰਕੇ ਮਹਾਤਮਾ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਉਂਦੇ ਹਨ, ਬਿਨ ਸੱਚ ਸੋਚ ਨਾ ਪਾਈਏ ਭਾਈ, ਸੱਚਾ ਅਗਮ ਧਨੀ। ਉਸ ਸੱਚੇ ਸ਼ਬਦ ਤੋਂ ਬਗੈਰ, ਮਾਲਕ ਦੀ ਭਗਤੀ ਤੋਂ ਬਗੈਰ ਇਸ ਦਾ ਜੀਵਨ ਕਿਸੇ ਲੇਖੇ ਨਹੀਂ। ਉਹ ਅਗਮ ਧਨੀ ਮਾਲਕ ਨਿਰੰਕਾਰ ਸਾਡੀ ਕਾਇਆ ਵਿੱਚ ਬੈਠਾ ਹੋਇਆ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਹ ਗੁਰਮੁਖ ਸਾਧੂ ਸੰਤ ਮਹਾਤਮਾ ਸਾਨੂੰ ਕੀ ਦੇਣ ਵਾਸਤੇ ਆਉਂਦੇ ਹਨ, ਕਿਸ ਤਰ੍ਹਾਂ ਇਸ ਸਾਗਰੋਂ ਪਾਰ ਕਰਦੇ ਹਨ, ਅੱਗੇ ਜਾ ਕੇ ਅੱਛੀ ਤਰ੍ਹਾਂ ਖੋਲ ਕੇ ਦੱਸਣਗੇ। ਹਾਂਜੀ। ਆਮਨ ਜਾਨ ਚੁਕਾਈ ਪਾਈ, ਝੂਠੀ ਦੁਨੀ ਮਾਰੀ, ਗੁਰਮੁਖ ਕੋਟ ਧਾਰਦਾ ਪਾਈ, ਦੇਨਾਵੇ ਕਲਕਾਰੀ। ਕਿਸ ਤਰ੍ਹਾਂ ਤਰਤੀਬ ਦੇ ਨਾਲ ਮਹਾਤਮਾ ਸਾਨੂੰ ਪਿਆਰ ਨਾਲ ਸਮਝਾਉਂਦੇ ਹਨ। ਪੰਜਵੀਂ ਪਾਤਸ਼ਾਹੀ ਕਹਿੰਦੇ ਆਵਣ ਜਾਣ ਨਾ ਚੁੱਕਈ ਭਾਈ। ਕਹਿੰਦੇ ਆਉਣਾ ਜਾਣਾ ਜੀਵ ਦਾ ਨਹੀਂ ਚੁੱਕ ਸਕਦਾ। ਕਿਉਂ?
ਝੂਠੀ ਦੁਨੀ ਮਣੀ। ਇਹ ਸੰਸਾਰ ਦਾ ਹੰਕਾਰ ਦੁਨੀਆ ਮਜ਼ਮਾਂ ਕੌਮਾਂ ਦੇਸਾਂ ਦਾ ਪਿਆਰ ਲਈ ਬੈਠਾ ਹੈ। ਇਹ ਝੂਠੀਆਂ ਚੀਜ਼ਾਂ ਨੂੰ ਆਪਣਾ ਸਮਝੀ ਬੈਠਾ ਹੈ। ਜਹਾਂ ਆਸਾ ਤਹਾਂ ਵਾਸਾ। ਜਿਸ ਚੀਜ਼ ਦਾ ਖਿਆਲ ਇਸ ਨੂੰ ਹੁੰਦਾ ਹੈ ਉਸੇ ਜਗ੍ਹਾ ਦੇ ਉੱਤੇ ਇਸ ਨੂੰ ਜਨਮ ਲੈਣਾ ਪੈਂਦਾ ਹੈ। ਯਾਨੀ ਅਗਲਾ ਕਲਬੂਤ ਇਸ ਦੀ ਵਿਰਤੀ ਦੇ ਮੁਤਾਬਕ ਮਿਲਦਾ ਹੈ। ਜੋ ਵਿਰਤੀ ਸਾਡੀ ਇਸ ਦੁਨੀਆ ਦੇ ਵਿੱਚ ਹੁੰਦੀ ਹੈ, ਮਰਨ ਦੇ ਟਾਈਮ ਆਉਂਦੀ ਹੈ, ਉਹ ਵਿਰਤੀ ਲੈ ਕੇ ਇਹ ਆਪਣੇ ਜੀਵਨ ਦਾ ਅਗਲਾ ਕਲਬੂਤ ਜਿਹੜਾ ਹੈ ਘੜ ਲੈਂਦਾ ਹੈ। ਉਹਦੇ ਵਿੱਚ ਜਾ ਕੇ ਇਸ ਨੂੰ ਵਸਣਾ ਪੈਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਕਹਿੰਦੇ ਪਰ ਇਸ ਦੇ ਵਿੱਚ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਜੇ ਅਕਾਲ ਪੁਰਖ ਮਾਲਕ ਕਿਰਪਾ ਕਰ ਦੇਵੇ, ਗੁਰਮੁਖ ਮਿਲ ਜਾਵੇ, ਉਹ ਕੀ ਕਰ ਦਿੰਦਾ ਹੈ? ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਇੱਕ ਕਣੀ, ਇੱਕ ਨਾਮ ਦੀ ਕਣੀ ਦੇ ਕੇ ਕਰੋੜਾਂ ਜੀਵਾਂ ਨੂੰ ਚੁੱਕ ਕੇ ਲੈ ਜਾਂਦਾ ਹੈ, ਅਨੇਕਾਂ ਜੀਵਾਂ ਨੂੰ ਸੱਚਖੰਡ ਲੈ ਜਾਂਦਾ ਹੈ। ਬੜੀ ਸੁੰਦਰ ਮਿਸਾਲ ਦੇ ਕੇ ਇੱਕ ਜਗ੍ਹਾ ਮਹਾਤਮਾ ਨੇ ਸਮਝਾਇਆ ਹੈ। ਕਹਿੰਦੇ ਹਨ ਮਹਾਰਾਜਾ ਜਨਕ ਜਿਹੜਾ ਸੀ, ਮਹਾਰਾਜਾ ਜਨਕ ਦਾ ਇੱਕ ਸ਼ਿਸ਼ ਸੀ। ਉਹ ਸੇਵਕ ਜਿਹੜਾ ਸੀ ਉਹ ਬੜਾ ਪ੍ਰੇਮੀ ਸੀ, ਲੇਕਿਨ ਕੁਝ ਦਿਨਾਂ ਤੇ ਬਾਅਦ ਉਹਦੀ ਵਿਰਤੀ ਬੜੀ ਜ਼ਬਰਦਸਤ ਖਰਾਬ ਹੋਈ। ਮਹਾਰਾਜਾ ਜਨਕ ਨੇ ਉਸ ਨੂੰ ਸਮਝਾਇਆ, ਲੇਕਿਨ ਉਹ ਗੱਲ ਮੰਨਣ ਵਾਸਤੇ ਤਿਆਰ ਨਾ ਹੋਇਆ। ਉਹ 4 ਅਪਰਾਧ ਕਰਦਾ ਸੀ। 4 ਅਪਰਾਧ ਕਿਹੜੇ ਹਨ? ਮਾਸ, ਸ਼ਰਾਬ, ਪਰਨਾਰੀ, ਪਰ ਧਨ। ਇਹਨੂੰ ਚਾਰਿਆਂ ਨੂੰ ਅੱਗ ਦੀਆਂ ਨਦੀਆਂ ਦਰਬਾਰ ਸਾਹਿਬ ਦੇ ਵਿੱਚ ਜ਼ਿਕਰ ਕੀਤਾ ਹੈ। ਉਹ 4 ਕਰਮ ਭੈੜੇ ਕਰਦਾ ਸੀ। ਮਹਾਰਾਜ ਜੀ ਨੇ ਉਸ ਨੂੰ ਕਿਹਾ, ਬੇਟਾ ਤੂੰ ਬੜਾ ਬੁਰਾ ਕਰਮ ਕਰਦਾ ਹੈ। ਉਹ ਨਾ ਸਮਝਿਆ, ਸਭ ਉਸ ਨੂੰ ਸਮਝ ਆਈ, ਉਹਦੀ ਵਿਰਤੀ ਉਲਟ ਗਈ ਹੋਈ ਸੀ। ਮਹਾਰਾਜਾ ਜਨਕ ਨੇ ਲਿਸਟ ਦੇ ਵਿੱਚੋਂ ਨਾਮ ਹੀ ਕੱਟ ਦਿੱਤਾ, ਜਾਂ ਫਿਰ ਤੂੰ ਭਟਕਦਾ ਹੀ ਰਹਿ। ਉਹ ਵਿਚਾਰਾ ਭਟਕਦਾ ਮਰ ਗਿਆ। ਆਖਰ ਨੂੰ ਉਸ ਨੂੰ ਨਰਕ ਦੀ ਅੱਗ ਦੇ ਵਿੱਚ ਸੜਨਾ ਪਿਆ। ਜਦੋਂ ਨਰਕ ਦੇ ਵਿੱਚ ਜਾ ਕੇ ਸੜਿਆ ਤਾਂ ਉੱਥੇ ਜਾ ਕੇ ਵਿਲਲਾਉਣ ਲੱਗਿਆ। ਗੁਰਬਾਣੀ ਦੇ ਵਿੱਚ ਆਉਂਦਾ ਹੈ, ਇਹਨਾਂ ਜੀਆਂ ਸਤਿਗੁਰ ਨਾ ਭੇਟਿਆ ਕਰੇ ਬ੍ਰਹਮ ਕੀ ਆਸ। ਉੱਥੇ ਜਾ ਕੇ ਰੋਂਦਾ ਹੈ, ਕਰਲਾਉਂਦਾ ਹੈ, ਐ ਮਾਲਕ ਮੈਂ ਹਾਂ ਤਾਂ ਤੇਰਾ ਸੀ, ਮੰਦਾ ਕੁੱਤਾ ਖਸਮੇ ਗਾਲ। ਭਾਵੇਂ ਮੈਂ ਮੰਦਾ ਸੀ, ਚੰਗਾ ਸੀ, ਪਰ ਤੇਰੀ ਮੋਹਰ ਲੱਗੀ ਹੋਈ ਸੀ, ਮੈਨੂੰ ਬਖਸ਼ ਦੇ, ਕਿਰਪਾ ਕਰ ਦੇ। ਸੁਣਿਆ ਹੈ ਸਾਧੂਆਂ ਦੇ, ਸੰਤਾਂ ਮਹਾਤਮਾ ਦੇ ਦਰਵਾਜ਼ੇ ਦੇ ਉੱਤੇ ਬਖਸ਼ਿਸ਼ ਹੁੰਦੀ ਹੈ। ਕਹਿੰਦੇ ਹਨ ਮਹਾਰਾਜਾ ਜਨਕ ਨੇ ਅੰਤਰ ਧਿਆਨ ਹੋ ਕੇ ਦੇਖਿਆ, ਮੇਰਾ ਇੱਕ ਜੀਵ ਜਿਹੜਾ ਹੈ ਨਰਕ ਦੇ ਵਿੱਚ ਮੈਨੂੰ ਯਾਦ ਕਰਦਾ ਹੈ। ਮਹਾਰਾਜਾ ਜਨਕ ਉਸ ਤਰਫ ਚੱਲ ਪਏ। ਅੱਗੇ ਧਰਮਰਾਜ ਹੱਥ ਜੋੜ ਕੇ ਖੜਾ ਹੁੰਦਾ ਹੈ। ਧਰਮਰਾਜ ਕਹਿੰਦਾ ਹੈ, ਮਹਾਰਾਜ ਇਹ ਰਸਤਾ ਤੁਹਾਡਾ ਨਹੀਂ ਹੈ, ਇਹ ਤਾਂ ਨਰਕ ਦਾ ਰਸਤਾ ਹੈ, ਨਰਕ ਨਿਵਾਸੀਆਂ ਵਾਸਤੇ ਹੈ। ਮਹਾਰਾਜਾ ਜਨਕ ਨੇ ਕਿਹਾ, ਨਹੀਂ ਮੈਂ ਇਸ ਤਰਫ ਹੀ ਜਾਣਾ ਹੈ। ਉਹਨੇ ਫੇਰ ਅਰਜ਼ ਕੀਤੀ, ਮਹਾਰਾਜ ਮੈਨੂੰ ਹੁਕਮ ਹੈ ਇਸ ਪਾਸੇ ਨਹੀਂ ਜਾਣ ਦੇਣਾ, ਤੁਸੀਂ ਤਾਂ ਸੱਚਖੰਡ ਨੂੰ ਜਾਣਾ ਹੈ। ਮਹਾਰਾਜਾ ਜਨਕ ਕਹਿੰਦੇ ਹਨ, ਤੇਰੇ ਧਰਮਰਾਜ ਦੀ ਕਰੂੰ ਠਗੌਰੀ, ਕਿਸਕੀ ਜਗ੍ਹਾ ਬਿਠਾਊਂ ਔਰੀ, ਤੈਨੂੰ ਚੁੱਕ ਕੇ ਤੇਰੀ ਜਗ੍ਹਾ ਹੋਰ ਬਿਠਾ ਸਕਦਾ ਹਾਂ। ਕਹਿੰਦੇ ਹਨ ਮਹਾਰਾਜਾ ਜਨਕ ਤੋਂ ਉਹ ਡਰ ਕੇ ਥਰ-ਥਰ ਕੰਬਦਾ ਹੋਇਆ ਹੱਥ ਬੰਨ ਕੇ ਇਸ਼ਾਰਾ ਕਰਦਾ ਹੈ। ਮਹਾਰਾਜਾ ਜਨਕ ਜਿਸ ਵਕਤ ਅੱਗੇ ਗਏ, ਮਹਾਰਾਜਾ ਜਨਕ ਨੇ ਅੱਗੇ ਜਾ ਕੇ ਉਹਨਾਂ ਦੇ ਜਾਮੇ ਦੀ ਹਵਾ ਜਿਹੜੀ ਸੀ, ਬਲਲਾਵਨ ਜੀ ਨਰਕ ਨਿਵਾਸੀ ਵਿਲਲਾ ਰਹੇ ਜੀ ਜਿਹੜੇ ਨਰਕ ਨਿਵਾਸੀ ਸੀ, ਉਹ ਠੰਡੇ ਹੋ ਗਏ। ਔਰ ਧਰਮਰਾਜ ਪਿੱਛੇ ਹੱਥ ਜੋੜ ਕੇ ਖੜਾ ਹੋਇਆ ਹੈ। ਧਰਮਰਾਜ ਕਹਿੰਦਾ ਹੈ, ਮਹਾਰਾਜ ਕਾਨੂੰਨ ਬਣਿਆ ਹੋਇਆ ਹੈ, ਕਾਨੂੰਨ ਦੀ ਉਲੰਘਣਾ ਨਾ ਕਰੋ, ਇਸ ਕਰਕੇ ਤੁਸੀਂ ਇੱਕ ਘੜੀ ਦਾ ਸਿਮਰਨ ਦਵੋ, ਮੈਂ ਤੁਹਾਡਾ ਜੀਵ ਕੱਢ ਕੇ ਦੇ ਦਿੰਦਾ ਹਾਂ। ਮਹਾਰਾਜਾ ਜਨਕ ਨੇ ਕਿਹਾ, ਠੀਕ ਹੈ। ਇੱਕ ਪਾਲੜੇ ਦੇ ਵਿੱਚ ਇੱਕ ਘੜੀ ਦਾ ਸਿਮਰਨ ਪਾ ਲਿੱਤਾ ਗਿਆ ਔਰ ਇੱਕ ਪਾਸੇ ਉਸ ਜੀਵ ਨੂੰ ਰੱਖਿਆ ਗਿਆ। ਮਹਾਰਾਜਾ ਜਨਕ ਨੇ ਕਿਹਾ ਕਿ ਦੇਖ, ਮੇਰਾ ਪਾਲੜਾ ਅਜੇ ਝੁਕਦਾ ਹੈ, ਤੂੰ ਕੁਝ ਇਸ ਦਾ ਬੈਲੈਂਸ ਪੂਰਾ ਕਰਨ ਵਾਸਤੇ ਕੁਝ ਜੀਵ ਹੋਰ ਪਾ ਦੇ। ਉਹਨੇ 10, 50, 100 ਹੋਰ ਪਾ ਦਿੱਤੇ, ਫਿਰ ਵੀ ਉਹ ਪਾਸਾ ਜਿਹੜਾ ਸੀ ਝੁਕਿਆ ਰਿਹਾ। ਉਹਨੇ ਕਿਹਾ ਚੌਥਾ ਹਿੱਸਾ ਨਰਕ ਪਾ ਦੇ, ਉਹ ਵੀ ਪਾ ਦਿੱਤੀ, ਅੱਧਾ ਨਰਕ ਪਾ ਦੇ, ਉਹ ਵੀ ਪਾ ਦਿੱਤੀ। ਫਿਰ ਰਾਜਾ ਜਨਕ ਨੇ ਕਿਹਾ, ਕਿਉਂ ਤੂੰ ਲਾਲਚ ਕਰਦਾ ਹੈ, ਉਹ ਸਾਰਾ ਹੀ ਨਰਕ ਪਾ ਦੇ, ਕਲਯੁਗ ਆਵੇਗਾ, ਕਲਯੁਗ ਦੇ ਵਿੱਚ ਅਨੇਕਾਂ ਜੀਵ ਭੈੜੇ ਕਰਮ ਕਰਨਗੇ, ਇਹ ਤੇਰੀਆਂ 18 ਨਰਕਾਂ ਭਰ ਜਾਣਗੀਆਂ। ਜਿਤਨਾ ਤੂੰ ਚਾਹੁੰਦਾ ਹੈ ਨਰਕਾਂ ਭਰ ਲਵੇਂ, ਜਿਤਨਾ ਤੇਰਾ ਮਨ ਚਾਹੇਗਾ ਉਤਨੀਆਂ ਨਰਕਾਂ ਭਰ ਲਵੇਂ, ਪਰ ਮੇਰੇ ਜੀਵ ਜਿਹੜੇ ਹਨ, ਮੇਰੇ ਆਏ ਦੀ ਇੱਥੇ ਲਾਜ ਰੱਖ। ਜਿਸ ਵਕਤ ਕੋਈ ਰਾਸ਼ਟਰਪਤੀ ਜੇਕਰ ਕਿਸੇ ਜੇਲ੍ਹ ਦੇ ਵਿੱਚ ਚਲਿਆ ਜਾਵੇ, ਸਾਡੇ ਹਿੰਦੁਸਤਾਨ ਦਾ ਕਾਨੂੰਨ ਹੈ, ਅਗਰ ਰਾਸ਼ਟਰਪਤੀ ਕਿਸੇ ਜੇਲ੍ਹ ਦੇ ਵਿੱਚ ਚਲਿਆ ਜਾਵੇ, ਚਾਹੁੰਦਾ ਨਹੀਂ, ਜੇ ਚਲਿਆ ਜਾਵੇ ਤਾਂ ਇੱਕ ਪਾਸੇ ਜੇਲ੍ਹ ਦੇ ਵਿੱਚ ਰਾਸ਼ਟਰਪਤੀ ਵੜਦਾ ਹੈ, ਦੂਸਰੇ ਦਰਵਾਜ਼ੇ ਦੇ ਵਿੱਚ ਸਾਰੇ
ਦੇ ਸਾਰੇ ਉਸੇ ਜੇਲ੍ਹ ਦੇ ਬੰਦੇ ਕੱਢੇ ਜਾਂਦੇ ਹਨ, ਉਹ ਖਾਲੀ ਕਰ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜੇ ਗੁਰਮੁਖ ਨਰਕ ਦੇ ਵਿੱਚ ਵੀ ਚਲਿਆ ਜਾਵੇ ਤਾਂ ਨਰਕ ਖਾਲੀ ਹੋ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜਾ ਜਨਕ ਨੇ ਉਹਨਾਂ ਜੀਵਾਂ ਸਾਰਿਆਂ ਨੂੰ ਹੀ ਬਾਹਰ ਕੱਢ ਦਿੱਤਾ ਤੇ ਇਸੇ ਕਰਕੇ ਇੱਥੇ ਪੰਜਵੀਂ ਪਾਤਸ਼ਾਹੀ ਕਹਿੰਦੇ ਹਨ, ਆਵਣ ਜਾਣ ਨਾ ਚੁੱਕਈ ਭਾਈ, ਝੂਠੀ ਦੁਨੀ ਮਣੀ, ਗੁਰਮੁਖ ਕੋਟ ਧਾਰ ਦਾ ਭਾਈ, ਦੇ ਨਾਵੇਂ ਇੱਕ ਕਣੀ। ਹੁਣ ਜਿਤਨੇ ਵੀ ਜੀਵ ਸੀ ਉਹ ਸਾਰੇ ਬਾਹਰ ਕੱਢ ਦਿੱਤੇ। ਧਰਮਰਾਜ ਨੇ ਸੋਚਿਆ, ਹਾਏ ਹਾਏ ਇਹਨਾਂ ਕਰਕੇ ਤਾਂ ਮੇਰੀ ਕਦਰ ਹੈ, ਹੁਣ ਕੀ ਕੀਤਾ ਜਾਵੇ। ਸਾਰੇ ਆਪਣੇ ਦੂਤਾਂ ਨੂੰ ਬੁਲਾ ਕੇ ਮੀਟਿੰਗ ਦੇ ਵਿੱਚ ਬੈਠ ਗਿਆ। ਉਹਨਾਂ ਨੂੰ ਕਹਿੰਦਾ ਹੈ, ਉਹ ਭਰਾਵੋ ਗੱਲ ਸੁਣੋ, ਅੱਜ ਤੋਂ ਬਾਅਦ ਕੋਈ ਪੂਰਨ ਗੁਰਮੁਖ ਦੀ ਚਿਤਾਰੀ ਹੋਈ ਰੂਹ, ਕਿਸੇ ਪੂਰਨ ਮਹਾਤਮਾ ਦੀ ਸਟੈਂਪ ਲੱਗੀ ਹੋਈ ਨੂੰ ਨਰਕ ਦੇ ਵਿੱਚ ਲਿਆ ਕੇ ਨਹੀਂ ਪਾਉਣਾ, ਨਹੀਂ ਤਾਂ ਸਾਰੀਆਂ ਨਰਕਾਂ ਖਾਲੀ ਹੋ ਜਾਣਗੀਆਂ। ਕਬੀਰ ਸਾਗਰ ਦੇ ਵਿੱਚ ਕਬੀਰ ਸਾਹਿਬ ਮਹਾਰਾਜ ਜੀ ਨੇ ਲਿਖਿਆ ਹੈ, ਸੋਨਾ ਕਾਹੀ ਨਾ ਲੱਗੇ, ਲੋਹਾ ਕੁਣੀਆਂ ਖਾਏ, ਬੁਰਾ ਭਲਾ ਜੋ ਗੁਰੂ ਭਗਤ ਕਬੂ ਨਰਕ ਨਾ ਜਾਏ। ਅਗਰ ਬੁਰਾ ਵੀ ਹੈ ਕੋਈ ਭਲਾ, ਬੁਰਾ ਭਲਾ ਕਰਮ ਵੀ ਕਰ ਦਿੰਦਾ ਹੈ, ਇਹਦਾ ਮਤਲਬ ਇਹ ਨਹੀਂ ਸੋਚ ਕੇ ਬੈਠ ਜਾਣਾ ਕਿ ਹੁਣ ਸਤਸੰਗੀ ਬਣ ਗਏ, ਨਾਮ ਮਿਲਿਆ, ਜੋ ਮਰਜ਼ੀ ਕਰਦੇ ਰਹੋ। ਭਰਾਵੋ, ਜੇ ਲੱਤਾਂ ਕੱਟ ਜਾਣ, ਅੱਖਾਂ ਤੋਂ ਅੰਨਾ ਹੋ ਜਾਵੇ, ਜੇਕਰ ਕੋਈ ਇੰਨਾ ਕਸ਼ਟ ਹੋ ਜਾਵੇ, ਔਲਾਦ ਗੰਦੀ ਨਿਕਲ ਜਾਵੇ, ਘਰ ਦਾ ਵਿਵਹਾਰ ਖਰਾਬ ਹੋ ਜਾਵੇ, ਕੋਈ ਹੋਰ ਚੱਕਰ ਪੈ ਜਾਵੇ, ਕਿਤਨਾ ਕਸ਼ਟ ਭੋਗਣਾ ਪੈਂਦਾ ਹੈ। ਇਸ ਕਰਕੇ ਮਹਾਤਮਾ ਕਹਿੰਦੇ ਹਨ ਕਿ ਆਪ ਭਗਤੀ ਕਰਕੇ ਅਸੀਂ ਆਪਣੇ ਸਤਿਗੁਰੂ ਦੀ ਉਪਮਾ ਕਰਨੀ ਹੈ। ਸਰਦਾਰ ਬਹਾਦਰ ਜਗਤ ਸਿੰਘ ਕਿਹਾ ਕਰਦੇ ਸੀ ਕਿ ਸਤਸੰਗੀ ਗੱਡੀ ਦੇ ਵਿੱਚੋਂ ਉਤਰੇ, ਬੱਸ ਦੇ ਵਿੱਚੋਂ ਉਤਰੇ, ਚਲਿਆ ਜਾਂਦਾ ਸਾਥੀਆਂ ਤੋਂ ਵਿਛੜੇ ਤਾਂ ਲੋਕ ਉਸ ਦੀ ਉਸਤਤ ਕਰਨ, ਇਹ ਕਿਸੇ ਪੂਰੇ ਗੁਰੂ ਦਾ ਸਿੱਖ ਸੀ। ਇਸ ਕਰਕੇ ਮਹਾਤਮਾ ਕਹਿੰਦੇ ਹਨ, ਆਪਣੀ ਵਿਰਤੀ ਨੂੰ ਬਣਾਉਣਾ ਹੈ। ਕਿਹਨਾਂ ਦੀ ਵਿਰਤੀ ਬਣਦੀ ਹੈ? ਜਿਹੜੇ ਉਹਦੀ ਇਬਾਦਤ ਕਰਦੇ ਹਨ, ਜਿਹੜੇ ਉਹਦੀ ਭਗਤੀ ਕਰਦੇ ਹਨ, ਜਿਹੜੇ ਉਹਦਾ ਸਿਮਰਨ ਕਰਦੇ ਹਨ। ਸੋ ਇਹ ਪੰਜਵੀਂ ਪਾਤਸ਼ਾਹੀ ਸਾਨੂੰ ਬੜੇ ਪਿਆਰ ਨਾਲ ਸਮਝਾਉਂਦੇ ਹਨ। ਹੁਣ ਅਗਲੀਆਂ ਤੁਕਾਂ ਦੇ ਵਿੱਚ ਹੋਰ ਬੜਾ ਸੁੰਦਰ ਨਿਸ਼ਾਨਾ ਦੱਸਦੇ ਹਨ, ਅੱਗੇ ਦੱਸਣਗੇ। ਹਾਂਜੀ। ਸਿਮਰਤ ਸਾਸਤਰ ਸੋਦਿਆ ਪਾਈ, ਵੇਣ ਸਤਿਗੁਰ ਪਰਮ ਨ ਜਾਏ, ਅਨਕ ਕਰਮ ਕਰ ਥਾਕਿਆ ਪਾਈ, फेर फेर बंधन पातशाही गुरु अर्जन साहब महाराज अपना तजर्बा बयान करते हुए दसते हैं, सिमरत सास्त सोधिया पाई, बिन सतगुर भरम न जाए। कहते ग्रंथ पोथियां वेद शास्त्रां दा मुताला करके स्टडी करके देखिया है, कहते बिना सतगुरु तो साडे अंदरों जिहड़ा पर्दा बड़ा जबरदस्त पड़दा पिया होया है, ये नहीं खत्म हो सकता। फिर कहते हैं, अनेक कर्म कर थाकिया पाई, फिर बंधन पाए। अनेका कर्म कर करके थक गया, केड़े कर्म कीते, पाठ पढ़ियो और वेद विचारियो, निवल भयंगम साधे, पंच जना से संग न छुटकियो। अनेका कर्म कीते, पाठ पढ़े, ग्रंथ पोथियां वेद शास्त्र पढ़े और होर भी न्योली कर्म वगैरह करे, इत्थे तक के मोन पियो, कर पाती रहो, नगर फिरियो बन माही, तट तीर्थ बहु धरती भरम्यो, दुबदा छुटके नाही। बथेरे कर्म करे लेकिन साडे अंदरों दजाइगी नहीं खत्म होई, साडे अंदरों मन दा जिहड़ा बहाव सी ਉਹ ਉਸੇ ਤਰ੍ਹਾਂ ਦਾ ਰਿਹਾ। जब तक कोई मालिक की भगती नहीं करता, सिमरन नहीं करता, गुरमुखां की संगत नहीं करता, ਉਹਦਾ आना जाना खत्म होने का सवाल ही पैदा नहीं हो सकता। गुरमुख सानू रहमत करके इस भगत ਨੂੰ पार कर सकते हैं और कोई भी साधन नहीं, कोई भी तरीका नहीं। हुण अगे दसणगे। हाँ जी। चारे कुंडा सोधिया पाई, हर हर नाम तया, चारे कुंडा सोधिया पाई, बिन सतगुर नहीं जाए। पंजवीं पातशाही कहते तुसी चार दिशा के उत्ते भरम के सारे थक के अखीर नूं ये कहना पवेगा कि बिना सतगुरु तो कोई किसी भी तरीके दे नाल इसका जीवन मुक्त नहीं हो सकता, क्योंकि गुरु तो बगैर कोई सानू टिकाणा ही नहीं है। गुरु तो बगैर साडा जीवन ही किसी लेखे नहीं है। पर गुरु कदों मिलता है? जदों साडे मस्तक दा भाग जाग जाता है, कर्म साडा जाग जाता है। इस
ਜੀਵ ਦੇ ਵੱਸ ਦੀ ਗੱਲ ਨਹੀਂ ਹੈ ਕਿ ਗੁਰਮੁਖਾਂ ਦੀ ਸੰਗਤ ਦੀ ਤਰਫ ਨੂੰ ਤੁਰ ਪਵੇ। ਗੁਰ ਸਿੱਖਾਂ ਲਿਆਂਦਾ ਭਾਲ ਕੇ, ਗੁਰੂ ਸਿੱਖਾਂ ਨੂੰ ਕਿਸ ਤਰ੍ਹਾਂ ਭਾਲ ਕੇ ਲਿਆਉਂਦਾ ਹੈ। ਆਪ ਇੱਥੇ ਦੱਸਦੇ ਹਨ, ਬੜ ਭਾਗੀ ਗੁਰ ਪਾਇਆ ਭਾਈ। ਵੱਡੇ ਭਾਗ ਕਿਸੇ ਦੇ ਹੋਣ ਤਾਂ ਗੁਰੂ ਪ੍ਰਾਪਤ ਹੁੰਦਾ ਹੈ, ਔਰ ਗੁਰੂ ਕਿਸ ਤਰ੍ਹਾਂ ਇਸ ਨੂੰ ਜਾ ਕੇ ਮਿਲਦਾ ਹੈ। ਤੁਸੀਂ ਕਦੇ ਜਨਮ ਸਾਖੀ ਪੜ੍ਹ ਕੇ ਦੇਖੋ। ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਬਾਹਰ ਲੈ ਕੇ ਕਿਤੇ ਜਾ ਰਹੇ ਹਨ। ਬਹੁਤ ਦੂਰ ਜਾ ਕੇ ਕਿਸੇ ਦਰਖਤ ਦੇ ਨੀਚੇ ਬੈਠ ਗਏ। ਦਰਖਤ ਦੇ ਨੀਚੇ ਬੈਠੇ ਮਰਦਾਨਾ ਕਿਤੇ ਇੱਧਰ ਉੱਧਰ ਟਹਿਲਣ ਚਲਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੋਚਦੇ ਹਨ, ਮਰਦਾਨੇ ਨੂੰ ਬੜੀ ਦੇਰ ਗਿਆ ਹੋ ਗਈ ਹੈ। ਉਹ ਕਿੱਥੇ ਜਾਂਦਾ ਹੈ? ਭੀਲਾਂ ਦਾ ਇਲਾਕਾ ਸੀ, ਇੱਕ ਕੌਡਾ ਭੀਲ ਸੀ। ਉਸ ਭੀਲ ਨੇ ਉਸ ਮਰਦਾਨੇ ਨੂੰ ਪਕੜ ਲਿਆ। ਉਹ ਪਕੜ ਕੇ ਮੁਸ਼ਕਾਂ ਬੰਨ ਕੇ ਆਪਣੀ ਝੌਂਪੜੀ ਦੇ ਵਿੱਚ ਬਿਠਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇਖਦੇ ਹਨ ਕਿ ਮੇਰਾ ਸ਼ਿਸ਼ ਕਾਫੀ ਦੇਰ ਹੋ ਗਈ ਆਇਆ ਨਹੀਂ ਹੈ। ਹੁਣ ਗੁਰੂ ਨੇ ਆਖਰ ਨੂੰ ਆਪਣੇ ਬੱਚੇ ਨੂੰ, ਆਪਣੇ ਜੀਵ ਨੂੰ ਲੱਭਣ ਵਾਸਤੇ ਜਾਣਾ ਸੀ। ਇੱਧਰ ਉੱਧਰ ਭਾਲਦੇ ਝੌਂਪੜੀਆਂ ਦੇ ਵਿੱਚ ਜਾ ਵੜੇ। ਜਾ ਕੇ ਦੇਖਿਆ ਉੱਥੇ ਜਿਤਨੇ ਭੀਲ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚੌਗਿਰਦ ਆ ਕੇ ਖੜੇ ਹੋ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਰਸਨੈਲਿਟੀ ਦੇਖ ਕੇ, ਨੂਰ ਦੇਖ ਕੇ, ਮਸਤਕ ਦੇਖ ਕੇ, ਝਿਮਝਿਮੀਆਂ ਅੱਖਾਂ ਦੇਖ ਕੇ, ਸ਼ਕਲ ਦੇਖ ਕੇ ਸਾਰਿਆਂ ਦਾ ਹਿਰਦਾ ਜਿਹੜਾ ਸੀ ਕੁਝ ਠੰਡਾ ਠੰਡਾ ਹੋ ਗਿਆ। ਕਿਉਂਕਿ ਗੁਰਮੁਖਾਂ ਦੇ ਜਾਮੇ ਦੀ ਜਿਹੜੀ ਹਵਾ ਹੁੰਦੀ ਹੈ ਇਹ ਕੋਲਡ ਸਟੋਰ ਹੁੰਦਾ ਹੈ। ਔਰ ਜਿਸ ਵਕਤ ਗੁਰਮੁਖ ਕਿਸੇ ਪਾਸੇ ਜਾਂਦੇ ਹਨ, ਦੁਨੀਆ ਉਹਨਾਂ ਨੂੰ ਦੇਖਦੀ ਹੈ, ਤਾਂ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਲ ਵਰਲਡ ਦੇ ਵਿੱਚ ਡੰਕਾ ਵੱਜ ਚੁੱਕਿਆ ਹੋਇਆ ਸੀ। ਜਿਸ ਤਰ੍ਹਾਂ ਸਾਡੇ ਹਜ਼ੂਰ ਸ਼ਹਿਨਸ਼ਾਹ ਦਾ ਡੰਕਾ ਵੱਜਿਆ ਸੀ, ਤਾਂ ਉਸ ਜ਼ਮਾਨੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵੀ ਡੰਕਾ ਵੱਜਿਆ ਹੋਇਆ ਸੀ। ਉਹਨਾਂ ਨੂੰ ਨਾਨਕ ਨਿਰੰਕਾਰੀ ਲੋਕ ਕਿਹਾ ਕਰਦੇ ਸੀ। ਉਹ ਭੀਲ ਕੌਡਾ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੇ ਅੱਗੇ ਹੱਥ ਜੋੜ ਕੇ ਖੜਾ ਹੋ ਕੇ ਪੁੱਛਦਾ ਹੈ, ਆਪ ਕੌਣ ਹੋ? ਗੁਰੂ ਨਾਨਕ ਸਾਹਿਬ ਨੇ ਕਿਹਾ, ਮੈਂ ਨਾਨਕ ਨਿਰੰਕਾਰੀ ਹਾਂ। ਉਹ ਚੁੰਬਕ ਦੇ ਕੇ ਉੱਠਿਆ। ਉਹਨੇ ਸੋਚਿਆ, ਹਾਏ ਹਾਏ, ਨਾਨਕ ਨਿਰੰਕਾਰੀ ਮੇਰੇ ਦਰਵਾਜ਼ੇ ਤੇ ਆ ਗਿਆ ਹੈ। ਦੁਨੀਆ ਦੇ ਵਿੱਚ ਹੁੱਡ ਪਈ ਹੋਈ ਹੈ। ਹੱਥ ਬੰਨ ਕੇ ਕਹਿੰਦਾ ਹੈ, ਸੱਚੇ ਪਾਤਸ਼ਾਹ ਦੱਸੋ ਕਿਸ ਤਰ੍ਹਾਂ ਆਏ ਹੋ? ਕਿ ਭਰਾਵਾ ਇੱਥੇ ਕਿਤੇ ਸਾਡਾ ਇੱਕ ਸੇਵਕ ਭੁੱਲ ਕੇ ਆ ਗਿਆ ਹੈ। ਉਹਨੇ ਕਿਹਾ, ਮਹਾਰਾਜ ਉਹ ਸੇਵਕ ਮੈਂ ਆਪਣੀ ਝੌਂਪੜੀ ਦੇ ਵਿੱਚ ਬੰਨ ਕੇ ਰੱਖਿਆ ਹੋਇਆ ਹੈ। ਜੇ ਆਪ ਨਾ ਆਉਂਦੇ ਮੈਂ ਉਸ ਨੂੰ ਕੜਾਹੇ ਦੇ ਵਿੱਚ ਤਲ ਕੇ ਖਾ ਜਾਣਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹਨ, ਉਹ ਜੀਵ ਕਿੱਥੇ ਹੈ? ਉਹਨਾਂ ਨੇ ਅੰਦਰ ਜਾ ਕੇ ਦੇਖਿਆ, ਮਰਦਾਨਾ ਪੁੱਬਾ ਮਾਰ ਮਾਰ ਕੇ ਰੋਂਦਾ ਹੈ, ਆਪਣੇ ਗੁਰੂ ਨੂੰ ਯਾਦ ਕਰਦਾ ਹੈ। ਉਸੇ ਵਕਤ ਭੀਲਾ ਨੇ ਉਸ ਨੂੰ ਖੋਲ ਦਿੱਤਾ। ਜਦੋਂ ਖੋਲ ਦਿੱਤਾ ਤਾਂ ਉਹ ਬਾਹਰ ਨਿਕਲਿਆ। ਤਾਂ ਜਿਹੜਾ ਕੌਡਾ ਰਾਖਸ਼ ਭੀਲ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਬਜਾਏ ਮਰਦਾਨੇ ਦੇ ਚਰਨਾਂ ਵਿੱਚ ਗਿਰ ਗਿਆ। ਜਦੋਂ ਮਰਦਾਨੇ ਦੇ ਚਰਨਾਂ ਦੇ ਵਿੱਚ ਗਿਰਿਆ ਤਾਂ ਮਰਦਾਨਾ ਕਹਿੰਦਾ ਹੈ ਕਿ ਮੇਰਾ ਮੁਰਸ਼ਿਦ ਤਾਂ ਆ ਖੜਾ ਹੈ, ਤੂੰ ਮੇਰੇ ਚਰਨਾਂ ਵਿੱਚ ਕਿਉਂ ਗਿਰਦਾ ਹੈ? ਤਾਂ ਕੌਡਾ ਕਹਿੰਦਾ ਹੈ ਕਿ ਭਰਾਵਾ ਗੱਲ ਸੁਣ, ਜੇ ਤੂੰ ਮੇਰੇ ਦਰਵਾਜ਼ੇ ਤੇ ਨਾ ਆਉਂਦਾ ਤਾਂ ਨਾਨਕ ਨਿਰੰਕਾਰੀ ਨਾ ਮੈਨੂੰ ਆ ਕੇ ਬਖਸ਼ਦਾ। ਤੇਰੇ ਆਉਣ ਨਾਲ ਮੈਨੂੰ ਇਸ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਨੇ ਉਸ ਨੂੰ ਲੈਣ ਵਾਸਤੇ ਭੇਜਿਆ ਸੀ। ਮੈਨੂੰ ਇੱਕ ਗੱਲ ਯਾਦ ਆਈ, ਡੇਰੇ ਦੀ ਗੱਲ ਹੈ। ਡੇਰੇ ਦੇ ਵਿੱਚ ਇੱਕ ਕੋਈ ਚੰਗਾ ਬੰਦਾ ਇੱਕ ਹੈ। ਉਸ ਬੰਦੇ ਦਾ ਇੱਕ ਲੜਕਾ ਸੀ। ਉਹ ਲੜਕਾ ਜਿਹੜਾ ਸੀ ਗੂੰਗਾ ਸੀ, ਬੋਲਦਾ ਨਹੀਂ ਸੀ, ਥੋੜਾ ਜਿਹਾ ਦਿਮਾਗ 'ਚ ਵੀ ਨੁਕਸ ਸੀ। ਉਹ ਭੁੱਲ ਕੇ ਇੱਕ ਬੱਸ ਦੇ ਵਿੱਚ ਚੜ ਗਿਆ। ਬੱਸ ਵਿੱਚ ਚੜ ਕੇ ਅੰਮ੍ਰਿਤਸਰ ਚਲਿਆ ਗਿਆ ਜਾਂ ਬਟਾਲੇ ਕਿਤੇ ਚਲਿਆ ਗਿਆ। ਉਹ ਬੱਸ ਉੱਥੇ ਜਾ ਕੇ ਖੜੀ ਹੋ ਗਈ। ਉੱਤਰ ਕੇ ਉੱਧਰ ਉੱਧਰ ਫਿਰਨ ਲੱਗ ਗਿਆ। ਹੋਟਲ ਦੇ ਵਿੱਚ ਜਾ ਕੇ ਬੈਠ ਗਿਆ। ਉਸ ਹੋਟਲ ਵਾਲਾ ਉਸ ਨੂੰ ਪੁੱਛਦਾ ਹੈ ਕਿ ਤੂੰ ਕੌਣ ਹੈ ਬਈ, ਕਿੱਥੋਂ ਆਇਆ ਹੈ? ਉਹ ਐਂ ਕਰ ਦਿੰਦਾ ਹੈ, ਬੋਲਣਾ ਨਹੀਂ ਸੀ ਆਉਂਦਾ। ਕਿਸੇ ਨੂੰ ਪੁੱਛਿਆ ਵੀ ਬੱਸ ਕਿੱਥੋਂ ਆਈ ਸੀ? ਕਹਿੰਦੇ ਬਿਆਸ ਤੋਂ ਆਈ ਹੈ। ਉਹਨਾਂ ਨੇ ਸੋਚਿਆ ਠੀਕ ਹੈ, ਬਿਆਸ ਤੋਂ ਹੀ ਇਹ ਬੰਦਾ ਆਇਆ ਹੋਵੇਗਾ। ਉਹ ਜਿਹੜਾ ਬੰਦਾ ਸੀ ਹੋਟਲ ਵਾਲਾ, ਉਹ ਕਦੇ ਬਿਆਸ ਦੀ ਤਰਫ ਨੂੰ ਆਉਣ ਵਾਲਾ ਨਹੀਂ ਸੀ। ਉਸ ਨੇ ਸੋਚਿਆ ਇਸ ਬੰਦੇ ਨੂੰ, ਇਸ ਬੱਚੇ ਨੂੰ ਇਹਦੇ ਘਰ, ਇਹਦੇ ਵਾਰਸਾਂ ਦੇ ਹਵਾਲੇ ਕਰਨਾ ਚਾਹੀਦਾ ਹੈ। ਆਪ ਉਸ ਨੂੰ ਬੱਸ ਦੇ ਵਿੱਚ ਲੈ ਕੇ ਡੇਰੇ ਨੂੰ ਚੱਲ ਪਿਆ। ਇੱਧਰ ਉਸ ਬੰਦੇ ਨੇ ਹਜ਼ੂਰ ਮਹਾਰਾਜ ਜੀ ਦੇ ਅੱਗੇ ਪਹਿਲਾਂ ਅਰਜ਼ ਕਰ ਦਿੱਤੀ, ਸੱਚੇ ਪਾਤਸ਼ਾਹ ਮੇਰਾ ਬੱਚਾ ਜਿਹੜਾ ਹੈ 1-2 ਦਿਨ ਤੇ ਗਾਇਬ ਹੋ ਗਿਆ ਹੈ, ਪਤਾ ਨਹੀਂ ਕਿੱਥੇ ਹੈ। ਮਹਾਰਾਜ ਜੀ ਕਹਿਣ ਲੱਗੇ ਕੋਈ ਗੱਲ ਨਹੀਂ, 2 ਦਿਨ ਠਹਿਰ, ਸ਼ਾਇਦ ਕਿਤੇ ਨਾ ਕਿਤੇ ਆ ਹੀ ਜਾਵੇਗਾ। ਖੈਰ ਉਹ ਬੰਦਾ ਲੈ ਕੇ ਡੇਰੇ ਉਸ ਨੂੰ ਪਹੁੰਚ ਗਿਆ। ਪਤਾ ਲੱਗਿਆ ਫਲਾਣੇ ਦਾ ਲੜਕਾ ਹੈ, ਉਹਦੇ ਹਵਾਲੇ ਕਰਿਆ। ਉੱਥੇ ਜਦ ਲੈ ਕੇ ਗਿਆ, ਉਸ ਬੰਦੇ ਨੇ ਸੋਚਿਆ ਕਿ ਮੇਰੇ ਲੜਕੇ ਨੂੰ ਇਹ ਲੈ ਕੇ ਆਇਆ ਹੈ, ਮੈਂ ਇਹਨੂੰ ਹਜ਼ੂਰ ਮਹਾਰਾਜ ਜੀ ਦੇ ਅੱਗੇ ਜਾ ਕੇ ਮੈਂ ਅਰਜ਼ ਕਰਾਂ, ਸੱਚੇ ਪਾਤਸ਼ਾਹ ਇਹ ਬੰਦਾ ਮੇਰੇ ਬੱਚੇ ਨੂੰ ਲੈ ਕੇ ਆਇਆ ਹੈ। ਉਹ ਬੰਦੇ ਨੂੰ ਮਹਾਰਾਜ ਜੀ ਦੇ ਕੋਲ ਲੈ ਗਿਆ। ਮਹਾਰਾਜ ਜੀ ਨੂੰ ਜਾ ਕੇ ਕਹਿੰਦਾ ਹੈ, ਸੱਚੇ ਪਾਤਸ਼ਾਹ ਆ ਬੰਦਾ ਨਾ ਮੇਰੇ ਪੁੱਤਰ ਨੂੰ ਲੈ ਕੇ ਆ ਗਿਆ ਹੈ। ਮਹਾਰਾਜ ਜੀ ਕਹਿੰਦੇ ਤੇਰਾ ਪੁੱਤਰ ਇਹਨੂੰ ਲੈ ਕੇ ਆਇਆ ਹੈ ਕਿ ਇਹ ਤੇਰੇ ਪੁੱਤਰ ਨੂੰ ਲੈ ਕੇ ਆਇਆ ਹੈ? ਮਹਾਰਾਜ ਜੀ ਕਹਿਣ ਲੱਗੇ ਨਹੀਂ, ਕੋਈ ਹੋਰ ਕਾਰਨ ਸੀ। ਇਸ ਤਰ੍ਹਾਂ
सतगुरु अपने सेवकां नूं लैण वास्ते जांदा है, अपने सेवकां नूं, अपने जीवां नूं इस तरह चुनदा है। कित्थे बसरा, मक्का, बगदाद, कित्थे सवेर पर्वत दीआं घाटियां, कित्थे जाके सिद्धा मंदी मंडलियां दे विच जाके उन्हां सुक्कियां होईयां बूटियां नूं हरा कीता, उन्हां जीवां नूं बख्शिश की। जेड़े जीव मालिक तो भुले फिरते सी, इस तरह गुरमुख सानू रहमत करते हैं, दया करते हैं। हुण अगलियां तुकां दे विच बहुत अच्छी तरह खोल के दसणगे। हाँ, सच सदा है निर्मला पाई, निर्मल सच सो नदर करे जिस अपनी पाई, तेस परापत हो। सच सदा है निर्मला भाई, निर्मल सच्चे सोए। सच जिहड़ा शब्द जिहड़ा है वो निर्मल है, और निर्मल शब्द के नाल लगन नाल सारे जीव निर्मल हो जाते हैं। गुरमुख निर्मल हुंदे हैं, उन्हां दा हिरदा निर्मल हुंदा है, वो मुक्त हुंदे हैं, आप मुक्त हुंदे हैं, सानू भी मुक्त कर दिंदे हैं। असीं उन्हां दे नाल जाके असीं भी सच्चे और सुच्चे बन जांदे हां। असीं भी उन्हां दे स्वरूप नूं हिरदे विच बसा के उन्हां दे गुण अपने अंदर प्रगट कर लैंदे हां। आप कहते हैं नदर करे जिस अपनी पाई तिस प्राप्त होए। जिस दे उत्ते वो मालिक नदर करे, रहमत करे, उसनूं ये वस्तु प्राप्त हुंदी है। नहीं तो जीव नूं किते यह वस्तु प्राप्त होने का सवाल ही पैदा नहीं हो सकता। ये तो नरक की अग दे विच रात दिन सड़न लग्या होया है। हजूर शहनशाह वड्डे महाराज फरमाया करते सी कि ये दुनिया दे विच भी बड़ी जबरदस्त नरक है। 18 नरकां उपनिषदां दे विच और वेदां दे विच जिक्र कीता है कि 18 नरकां दे विच एक नरक संसार दे विच भी है। इस नरक रूपी इस जीवां दी नरक दे विच आके गुरमुख छलांग मारदे हन। इन्हां नूं देख लो तपदे जीवां नूं कढण वास्ते इन्हां ते रहमत करदे, नदर करदे हन। ये नरक संसार, नरक तो हर हर घर दे विच है। नरक किस तरह हुंदी है? मैनू एक गल याद आई, नरक किहनूं कहा जांदा है? दस्सिया है एक प्रेमी बंदे ने, वो कहंदा है किकर कर घर दे विच कंडे होण, जिस घर दे विच कंडे हन हाहाकार है, वो तो नरक ही नरक है। किकर कर कुपुत कर, किकर कर कुपुत कर, घर दे विच कुपुत होवे, गल ना मनदा होवे, कहना ना मनदा होवे। घर कुल हारन नार, कुलहारन इस्त्री ਉਹਨੂੰ ਕਹਿੰਦੇ ਹਨ ਜਿਹੜੀ ਕੁੱਲਾਂ ਨੂੰ ਰਾ ਕੇ ਬੈਠਣ ਨਾ ਦਿੰਦੀ ਹੋਈ ਹੋਵੇ, ਜਿਹੜੀ ਕੁੱਲਾਂ ਨੂੰ ਲਾਜ ਲਾਉਂਦੀ ਹੋਵੇ। ਘਰ ਕੁਲਹਾਰਨ ਨਾਰ, ਚੌਥੇ ਮੈਲੇ ਕੱਪੜੇ, ਨਰਕ ਨਿਸ਼ਾਨੀ ਚਾਰ। ਕਹਿੰਦੇ ਚਾਰ ਨਰਕ ਦੀਆਂ ਨਿਸ਼ਾਨੀਆਂ ਹਨ, ਇਹਨਾਂ ਨੂੰ ਨਰਕ ਕਿਹਾ ਹੈ। ਫਿਰ ਉਹ ਹੀ ਫਿਰ ਸਵਾਲ ਦਾ ਜਵਾਬ ਦਿੰਦਾ ਹੋਇਆ ਕਹਿੰਦਾ ਹੈ ਕਿ ਆਗਿਆਕਾਰੀ ਸੁੱਤ ਘਰ, आज्ञाकारी पुत्र घर दे विच होवे, और मिठ बोलनी नार, मिठे बोलन वाली स्त्री होवे। आज्ञाकारी सुत घर, मिठ बोलनी नार, कहंदे हन धन अपना, संतोख मन, चार चीजां हो गईयां हन। आज्ञाकारी सुत घर, मिठ बोलनी नार, फिर कहंदे हन धन अपना, संतोख मन, कहंदे अपना धन होवे, संतोख हिरदे दे विच होवे, संतोख मन, स्वर्ग निशानी चार। ये चार स्वर्ग दीयां निशानियां हन। इस नरक स्वर्ग दुनिया दे विच भी है। लोकां दे घरां दे विच जाके देखो, किते हाहाकार होण लगी हुई है। कोई पैसे दे पिछे रोण लग्या होया है, कोई औलाद पिछे रोण लग्या होया है, कोई स्त्री पिछे रोण लग्या होया है, किसे नूं किसे होर चीज दी चिंता है, कोई बीमारी दे नाल हाहाकार करन लग्या होया है। इत्थे नरक नहीं ते होर किहड़ी नरक है? इस करके महात्मा कहते हैं इस नरक दे विच आके महात्मा संत मत दा प्रचार करते हैं। वो की कहते हैं? नजर करे जिस अपनी पाई तिस प्राप्त होए। वो नजर करते हैं, रहमत करते हैं, कृपा करते हैं, उन्होंने नाम रूपी वस्तु उन्होंने पल्ले पाउंदे हैं, उन्होंने ते दया करते हैं, और इस सागर तो पार करके 84 के जेल खाने तो कट के लै जाते हैं। हुण सारा कुछ कह के गुरु अर्जन साहब महाराज जी अखीर दे विच फैसला दिंदे हैं। अगे सुनो की कहते हैं। हाँ जी, कोट मद जन पाइए पाई, बिरला कोई को
सतनाम पाई सोन मन तन निर्मल हो नानक रता सतनाम